जय हिंद, वंदे मातरम। साथियों, जय जवान, जय किसान। ਅੱਜ ਅਸੀਂ ਗੱਲ ਸਿਰਫ ਕਿਸਾਨ ਅੰਦੋਲਨ ਦੀ ਕਰਾਂਗੇ, ਕਿਉਂਕਿ ਕਿਸਾਨ ਅੰਦੋਲਨ ਇੱਕ ਆਪਣੀ ਹੋਂਦ ਨੂੰ ਬਚਾਉਣ ਲਈ ਹੋ ਰਿਹਾ ਹੈ। ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਸਾਡਾ ਦੇਸ਼ ਗੁਲਾਮੀ ਦੀ ਤਰਫ ਜਾ ਰਿਹਾ। ਅਗਰ ਇਹ ਬਿੱਲ ਪਾਸ ਹੋ ਜਾਂਦੇ ਨੇ ਤਾਂ ਸਮਝਣਾ ਚਾਹੀਦਾ ਹੈ ਕਿ ਸਾਡਾ ਦੇਸ਼ ਕੁਝ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਗੁਲਾਮ ਹੋ ਚੁੱਕਿਆ, ਕਿਉਂਕਿ ਹੋ ਸਕਦਾ ਹੈ ਇਹ ਗੁਲਾਮੀ ਬਹੁਤ ਲੰਬੇ ਸਮੇਂ ਤੱਕ ਚੱਲੇ। ਪਹਿਲਾਂ ਗੁਲਾਮੀ ਅੰਗਰੇਜ਼ਾਂ ਦੀ ਜਾਂ ਮੁਗਲਾਂ ਦੀ ਸੀ। ਸਾਰੇ ਹਿੰਦੁਸਤਾਨ ਨੇ ਰਲ ਮਿਲ ਕੇ ਆਪਸ ਵਿੱਚ ਭਾਈਚਾਰਾ ਦਿਖਾ ਕੇ ਉਸ ਗੁਲਾਮੀ ਤੋਂ ਨਿਆਤ ਪਾਈ, ਆਜ਼ਾਦੀ ਲਈ। ਲੇਕਿਨ ਹੁਣ ਗੁਲਾਮੀ ਸਾਡੇ ਦੇਸ਼ ਦੇ ਵਿੱਚ ਬੈਠੇ ਹੀ ਕਾਲੇ ਅੰਗਰੇਜ਼, ਕਾਲੇ ਮੁਗਲਾਂ ਦੇ ਵਿੱਚ ਹੋਣ ਜਾ ਰਹੀ ਹੈ। ਇਹ ਮੋਦੀ ਜੀ ਕਾਲੇ ਬਿੱਲ ਤੇ ਕਿਸਾਨਾਂ ਦੇ ਬਣਾਏ ਹੋਏ ਬਿੱਲ ਤੇ ਅੜੇ ਕਿਉਂ ਹੋਏ ਨੇ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕੁਝ ਅੰਨੇ ਭਗਤ ਕਹੀਏ, ਜਿਹੜੇ ਮੋਦੀ ਦੇ ਅੰਨੇ ਭਗਤ ਨੇ, ਟਵਿੱਟਰ 'ਤੇ, ਇੰਸਟਾਗ੍ਰਾਮ 'ਤੇ ਜਾਂ ਫੇਸਬੁੱਕ 'ਤੇ ਬੜੀ ਬਹਿਸ ਵੀ ਕਰਦੇ ਨੇ ਸਾਡੇ ਨਾਲ। ਉਹ ਸਵਾਲ ਪਾਉਂਦੇ ਨੇ ਕਿ ਤੁਸੀਂ ਤਾਂ ਖਾਲਿਸਤਾਨੀ ਹੋ, ਵੀ ਤੁਸੀਂ ਅੰਦੋਲਨ ਪਾਰਟੀਆਂ ਦੀ ਸ਼ਹਿ 'ਤੇ ਕਰ ਰਹੇ ਹੋ। ਇਹ ਅੰਦੋਲਨ ਕਿਸੇ ਵੀ ਪਾਰਟੀ ਦੀ ਸ਼ਹਿ 'ਤੇ ਨਹੀਂ। ਇਹ ਅੰਦੋਲਨ ਆਪਣੇ ਪਰਿਵਾਰ, ਆਪਣੀ ਧਰਤੀ ਮਾਤਾ, ਆਪਣੇ ਦੇਸ਼ ਨੂੰ ਬਚਾਉਣ ਲਈ ਹੋ ਰਿਹਾ। ਇੱਥੇ ਹੁਣ ਕਿਸਾਨ ਦਾ ਅੰਦੋਲਨ ਨਹੀਂ ਰਹਿ ਗਿਆ, ਇਹ ਅੰਦੋਲਨ ਪੂਰੇ ਭਾਰਤ ਦਾ ਬਣ ਚੁੱਕਿਆ ਹੈ। ਅਗਰ ਇਸ ਅੰਦੋਲਨ ਤੋਂ ਤੁਹਾਨੂੰ ਡਰ ਨਹੀਂ ਲੱਗਦਾ ਸੀ ਤਾਂ ਗੁਜਰਾਤ ਦੇ ਵਿੱਚ 144 ਧਾਰਾ ਕਿਉਂ ਲਗਾਈ? ਇਹਦਾ ਮਤਲਬ ਕਿ ਕਿਤੇ ਨਾ ਕਿਤੇ ਕੀ ਕਿਉਂ ਪੂਰੀ ਹੀ ਤਰ੍ਹਾਂ ਮੋਦੀ ਸਰਕਾਰ, ਬੀਜੇਪੀ ਸਰਕਾਰ ਉਹਨਾਂ ਪੂੰਜੀਆਂ ਪਤੀਆਂ ਦੀ ਤਰਫ ਹੀ ਜਾ ਰਹੀ ਹੈ। 144 ਧਾਰਾ ਲਗਾ ਦਿੱਤੀ ਗਈ, 5 ਬੰਦਿਆਂ ਤੋਂ ਜ਼ਿਆਦਾ ਗੁਜਰਾਤ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਉੱਥੇ ਉਹਨਾਂ ਦੀ ਖੁਦ ਦੀ ਸਰਕਾਰ ਹੈ, ਇਸ ਲਈ ਉਹਨਾਂ ਦੀ ਚੱਲ ਰਹੀ ਹੈ। ਜਦੋਂ ਸਾਨੂੰ ਆਪਣੀ ਆਵਾਜ਼ ਚੁੱਕਣ ਤੋਂ ਰੋਕਿਆ ਜਾਵੇ, ਸਮਝ ਲਓ ਕਿ ਅਸੀਂ ਗੁਲਾਮ ਹੋਣ ਜਾ ਰਹੇ ਹਾਂ। ਮੈਂ ਅੱਗੇ ਵੀ ਕਈ ਵਾਰੀ ਆਪਣੀ ਲਾਈਵ ਦੇ ਵਿੱਚ ਕਹਿ ਚੁੱਕਿਆ ਕਿ ਜੋ ਦੇਸ਼ ਦੇ ਵਿੱਚ ਵਾਪਰ ਰਿਹਾ ਹੈ, ਹੌਲੀ ਹੌਲੀ ਆਹਿਸਤਾ ਆਹਿਸਤਾ ਅਸੀਂ ਗੁਲਾਮੀ ਦੀ ਤਰਫ ਜਾ ਰਹੇ ਹਾਂ। ਇਸ ਗੁਲਾਮੀ ਤੋਂ ਬਚਣਾ, ਇਹ ਗੁਲਾਮੀ ਦੀ ਆਖਰੀ ਕਿੱਲ ਮੋਦੀ ਨੇ ਕਿਸਾਨਾਂ ਦੇ ਤੌਰ 'ਤੇ ਠੋਕਣ ਦੀ ਕੋਸ਼ਿਸ਼ ਕੀਤੀ ਹੈ। ਅਗਰ ਇਹ ਕਿੱਲ ਠੁੱਕ ਗਈ ਤਾਂ ਸਮਝ ਲਓ ਪੂਰਾ ਭਾਰਤ ਦੇ ਸਾਰੇ ਵਾਸੀ ਗੁਲਾਮ ਬਣ ਕੇ ਰਹਿ ਜਾਣਗੇ। ਕਿਉਂਕਿ ਕਈਆਂ ਨੂੰ ਤਾਂ ਸਮਝ ਨਹੀਂ ਆਉਂਦੀ ਬਿੱਲ ਹੈ ਕੀ। ਕਈ ਸਵਾਲ ਵੀ ਪਾਉਂਦੇ ਨੇ, ਵਿਚਾਰੇ ਮੇਰੇ ਵਰਗੇ ਵੀ ਨੇ, ਨਹੀਂ ਨੌਲੇਜ ਹੈਗੀ। ਬਿੱਲ ਦੇ ਵਿੱਚ ਕੀ ਕਾਰਨ ਹੈ ਕਿ ਉਹ ਬਿੱਲ ਨੂੰ ਰੱਦ ਕਰਨ ਦੀ ਹੀ ਮੰਗ ਕਰਦੇ ਨੇ? ਥੋੜ੍ਹਾ ਜਿਹਾ ਬੈਕ ਫਲੈਸ਼ 'ਚ ਜਾਂਦੇ ਹਾਂ, ਪਿਛਲੇ ਦੌਰ 'ਚ ਜਾਂਦੇ ਹਾਂ, ਅੱਜ ਤੋਂ 6-7 ਸਾਲ ਪਿੱਛੇ। ਜਦੋਂ ਮੋਦੀ ਜੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਦੇ ਤੌਰ 'ਤੇ ਪੇਸ਼ ਕਰਨ ਦੀ ਗੱਲ ਕੀਤੀ ਗਈ ਤਾਂ ਅਡਵਾਨੀ ਜੀ, ਜਿਨ੍ਹਾਂ ਨੇ ਬੀਜੇਪੀ ਲਈ ਬਹੁਤ ਕੁਝ ਕੀਤਾ ਔਰ ਮੋਦੀ ਜੀ ਦੇ ਉਸਤਾਦ ਵੀ ਨੇ, ਉਹਨਾਂ ਨੇ ਆਪਣੀ ਗੱਲ ਰੱਖੀ ਕਿ ਮੈਂ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਬਣਨਾ ਚਾਹੁੰਦਾ। ਅਤੇ ਇਹਨਾਂ ਦੀ ਆਨਾਕਾਨੀ ਵੀ ਹੋਈ, ਇੱਕ ਦੂਸਰੇ ਨਾਲ ਮਨ ਮੁਟਾਵ ਵੀ ਹੋਇਆ। ਤਾਂ ਜੋ ਸਾਡੇ ਅੱਜ ਰਾਜਨਾਥ ਸਿੰਘ ਜੀ ਨੇ, ਇਹਨਾਂ ਨੇ ਇੱਕ ਪਰਸਨਲੀ ਮੀਟਿੰਗ ਕਰਵਾਈ। ਉਸ ਮੀਟਿੰਗ ਦੇ ਵਿੱਚ ਜਦੋਂ ਕੋਈ ਨਤੀਜਾ ਨਾ ਨਿਕਲਿਆ, ਮੀਟਿੰਗ ਫੇਲ ਹੋਈ, ਅਤੇ ਇੱਕ ਬਹੁਤ ਹੀ ਵੱਡੀ ਗੱਲ ਰੱਖ ਦਿੱਤੀ ਗਈ ਅੱਗੇ, ਜਿੱਥੋਂ ਅਡਵਾਨੀ ਜੀ ਨੂੰ ਪੈਰ ਪਿੱਛੇ ਖਿੱਚਣੇ ਪਏ। ਉਹ ਗੱਲ ਕੀ ਸੀ ਕਿ ਇਹ ਜੋ ਅਗਰ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਬਣਨਾ ਹੈ, ਪ੍ਰਧਾਨ ਮੰਤਰੀ ਬਣਨਾ ਹੈ, ਜੋ ਇਸ ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਲਈ ਖਰਚਾ ਆਏਗਾ, ਜੋ ਕਰੇਗਾ ਉਹ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਹੈ। ਅਡਵਾਨੀ ਜੀ ਉਸ ਵਿੱਚ ਅਸਮਰਥ ਸੀ, ਲੇਕਿਨ ਮੋਦੀ ਜੀ ਪੂਰਨ ਸੀ। ਕਿਉਂਕਿ ਮੋਦੀ ਜੀ ਦੀ ਸਾਂਝਗਾਂਠ ਅੰਬਾਨੀ ਅਡਾਨੀ ਜੋ ਗੁਜਰਾਤ ਦੇ ਵਿੱਚ ਬਿਜ਼ਨਸ ਕਰ ਰਹੇ ਨੇ,
ਅੱਜ ਵੀ ਕਰ ਰਹੇ ਨੇ, ਉਸ ਟਾਈਮ ਵੀ ਕਰ ਰਹੇ ਸੀ। ਉਹਨਾਂ ਨੇ ਪੈਸਾ ਲਗਾਉਣ ਲਈ ਹਾਮੀ ਭਰੀ। ਉਸੇ ਦੌਰਾਨ ਇੱਕ ਅੰਦੋਲਨ ਹੋਇਆ ਜਨ ਲੋਕਪਾਲ ਦਾ, ਜੋ ਅੰਨਾ ਹਜ਼ਾਰੇ ਨੇ ਕੀਤਾ। ਉਹ ਵੀ ਇੱਕ ਇਹਨਾਂ ਦੀ ਸੋਚੀ ਸਮਝੀ ਰਣਨੀਤੀ ਦੇ ਤਹਿਤ ਹੋਇਆ। ਉਸ ਅੰਦੋਲਨ ਨੂੰ ਮੁੱਖ ਰੱਖ ਕੇ ਬੀਜੇਪੀ ਦੇ ਜਿੰਨੇ ਵੀ ਵੱਡੇ ਵੱਡੇ ਲੀਡਰ ਸੀ, ਅੱਜ ਕੋਈ ਰਾਜਪਾਲ ਬਣ ਗਿਆ, ਕੋਈ ਰੱਖਿਆ ਮੰਤਰੀ ਬਣ ਚੁੱਕਿਆ, ਰਹਿ ਚੁੱਕਿਆ, ਅੱਗੇ ਹੋਰ ਬਣ ਗਏ ਨੇ। ਕਾਫੀ ਲੀਡਰ ਉਸ ਅੰਦੋਲਨ ਦੇ ਨਾਲ ਜੁੜੇ ਅਤੇ ਉਹੀ ਅੰਨਾ ਹਜ਼ਾਰੇ ਜੀ ਅੱਜ 7 ਸਾਲ ਤੋਂ ਅੰਡਰਗਰਾਊਂਡ ਨੇ, ਪਤਾ ਨਹੀਂ ਕਿਹੜੀ ਗੁਫਾ ਦੇ ਵਿੱਚ ਨੇ, ਸ਼ਾਇਦ ਮੌਨ ਧਾਰਿਆ ਹੋਇਆ ਉਹਨਾਂ ਨੇ। ਪਰ ਬੜੇ ਅਫਸੋਸ ਦੀ ਗੱਲ ਹੈ, ਅੱਜ ਕਿਸਾਨਾਂ ਲਈ, ਮੈਂ ਹੁਣੇ ਟਵਿੱਟਰ 'ਤੇ ਦੇਖ ਰਿਹਾ ਸੀ, ਕਿਸਾਨਾਂ ਲਈ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਬੈਠੇ ਨੇ, ਉਹ ਵੀ ਘਰ ਦੇ ਅੰਦਰ, ਉਹ ਗੁਫਾ ਦੇ ਅੰਦਰ। ਅੰਨਾ ਹਜ਼ਾਰੇ ਜੀ ਉਸ ਗੁਫਾ ਦੇ ਅੰਦਰ, ਜਿਹੜੇ ਕਿ ਬੜੇ ਵੱਡੇ ਦਮ ਭਰਦੇ ਸੀ ਕਿ ਮੈਂ ਕ੍ਰਾਂਤੀਕਾਰੀ ਹਾਂ, ਮੈਂ 2 ਮਹੀਨਾ ਅੰਦੋਲਨ ਕਰਕੇ ਭੁੱਖਾ ਰਹਿ ਸਕਦਾ, ਅੱਜ ਇੱਕ ਦਿਨ ਦਾ ਅਨਸ਼ਨ ਰੱਖ ਰਹੇ ਨੇ, ਸਿਰਫ ਦਿਖਾਵਾ। ਕਿਉਂਕਿ ਉਹਨਾਂ ਦੀ ਅਸਲੀਅਤ ਆਮ ਨਾਗਰਿਕ ਵੀ ਜਾਣ ਚੁੱਕੇ ਨੇ, ਪਹਿਚਾਣ ਚੁੱਕੇ ਨੇ ਕਿ ਉਹ ਕਿੱਥੋਂ ਨਿਕਲੇ ਸੀ ਅਤੇ ਕੀ ਕਰਨ ਵਾਸਤੇ ਉਹਨਾਂ ਨੇ ਅੰਦੋਲਨ ਕੀਤਾ ਸੀ। ਲੇਕਿਨ ਜਿਨ੍ਹਾਂ ਦੇ ਬਾਪ ਦਾਦਾ ਅੰਗਰੇਜ਼ਾਂ ਦੀ ਗੁਲਾਮੀ ਕਰਦੇ ਸੀ, ਉਹ ਅੱਜ ਸਾਨੂੰ ਹਿੰਦੁਸਤਾਨੀਆਂ ਨੂੰ, ਸਾਨੂੰ ਪੰਜਾਬ ਵਾਸੀਆਂ ਨੂੰ ਇਹ ਦੱਸ ਰਹੇ ਨੇ ਕਿ ਅਸੀਂ ਉਹ ਦੇਸ਼ ਭਗਤ ਹਾਂ, ਬਾਕੀ ਤੁਸੀਂ ਤਾਂ ਸਾਰੇ ਗੱਦਾਰ ਹੋ। ਉਸ ਸਮੇਂ ਜਦੋਂ ਮੋਦੀ ਜੀ ਨੂੰ ਪ੍ਰਮੋਟ ਕੀਤਾ ਗਿਆ, ਅੰਬਾਨੀ ਜੀ ਨੇ ਬੜੀ ਤਕੜੀ ਸਿਆਸਤ ਖੇਡੀ। ਸਭ ਤੋਂ ਵੱਡਾ ਪੈਸਾ, ਸਭ ਤੋਂ ਜ਼ਿਆਦਾ ਧਨ ਉਹਨਾਂ ਨੇ ਲਗਾਇਆ। ਇਹ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਨਹੀਂ ਲਗਾਇਆ। ਉਸੇ ਸਮੇਂ ਉਹਨਾਂ ਨੇ 22 ਚੈਨਲ ਖਰੀਦੇ, ਜਿਨ੍ਹਾਂ ਦੇ ਉੱਤੇ ਸਿਰਫ ਓਨਲੀ ਮੋਦੀ ਜੀ ਦਾ ਪ੍ਰਚਾਰ ਦਿਖਾਇਆ ਜਾਂਦਾ ਸੀ। ਕਿਉਂਕਿ ਅਗਰ ਚੈਨਲ ਉਹਨਾਂ ਦੇ ਨੇ ਤਾਂ ਪ੍ਰਚਾਰ ਵੀ ਉਹਨਾਂ ਦਾ, ਅਗਰ ਪੈਸਾ ਉਹਨਾਂ ਦਾ। ਉਸ ਤੋਂ ਬਾਅਦ ਸਰਕਾਰ ਬਣਦੇ ਸਾਰ ਹੀ ਕਿੰਨੇ ਲੱਖ ਕਰੋੜ ਰੁਪਏ ਦਾ ਉਹਨਾਂ ਦਾ ਕਰਜ਼ਾ ਮਾਫ ਕੀਤਾ ਮੋਦੀ ਸਰਕਾਰ ਨੇ, ਉਹ ਸਾਰੇ ਤੁਸੀਂ ਜਾਣਦੇ ਹੀ ਹੋ। ਹੁਣ ਗੱਲ ਆ ਗਈ ਕਿਸਾਨ ਅੰਦੋਲਨ ਦੀ। ਇਹ ਕਿਸਾਨ ਅੰਦੋਲਨ, ਕਿਸਾਨ ਹੀ ਸੜਕਾਂ 'ਤੇ ਕਿਉਂ ਹੈ? ਪਹਿਲਾਂ ਤਾਂ ਕਿਹਾ ਗਿਆ ਜੀ ਪੰਜਾਬ ਦੇ ਹੀ ਬੰਦੇ ਆਵਾਜ਼ ਚੱਕ ਰਹੇ ਨੇ ਕਿ ਉੱਥੇ ਕਾਂਗਰਸ ਦੀ ਸਰਕਾਰ, ਇਸ ਕਰਕੇ ਆਵਾਜ਼ ਚੁੱਕ ਰਹੇ ਨੇ। ਜਦ ਕਿ ਉੱਥੇ ਰਾਜਨੀਤੀ ਦਾ, ਮੈਂ ਖੁਦ 2 ਦਿਨ ਲਗਾ ਕੇ ਆਇਆ, 2.5 ਦਿਨ ਉੱਥੇ ਰਾਜਨੀਤੀ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੈ। ਮੈਨੂੰ ਵੀ ਕਈ ਚੀਜ਼ਾਂ 'ਤੇ ਅਫਸੋਸ ਹੋਇਆ। ਉੱਥੇ ਕੁਛ ਸੰਗਠਨ ਦੇ ਬੰਦੇ ਸੀਗੇ ਜੋ ਉੱਥੇ ਆਪਣੀ ਯੂਨੀਫਾਰਮ ਜਾਂ ਆਪਣੇ ਸੰਗਠਨ ਨੂੰ ਗਿਣੇ ਚੁਣੇ 4-5 ਸੀ, ਜਦੋਂ ਕਿਸੇ ਦੀ ਬਾਈਟ ਹੁੰਦੀ ਸੀ ਤਾਂ ਉਹਨਾਂ ਦੇ ਜਾ ਕੇ ਮੋਢਿਆਂ 'ਤੇ ਖੜ੍ਹ ਜਾਂਦੇ ਸੀ, ਜੋ ਨਹੀਂ ਚਾਹੀਦਾ ਸੀ। ਮੈਂ ਖੁਦ 2-2.5 ਦਿਨ ਉੱਥੇ ਰਿਹਾ, ਬਹੁਤ ਹੀ ਅਫਸੋਸ ਹੋਇਆ। ਕਿਉਂਕਿ ਹੁਣ ਇਹ ਰਾਜਨੀਤਿਕ ਨਹੀਂ ਰਹਿ ਗਈ, ਇਹ ਸਾਡੀ ਹੋਂਦ ਦੀ ਲੜਾਈ ਹੈ। ਅਗਰ ਸਾਡਾ ਕਿਸਾਨ ਮਰਦਾ, ਕਿਸਾਨ ਦੇ ਨਾਲ ਨਾਲ ਬਹੁਤ ਹੀ ਚੀਜ਼ਾਂ ਮਰਦੀਆਂ ਨੇ। ਬਹੁਤ ਜਾਣਿਆਂ ਦਾ ਜਾਨਾਂ ਜਾਣੀਆਂ ਨੇ, ਲੜਾਈ ਲੜ ਕੇ ਨਹੀਂ, ਭੁੱਖਮਰੀ ਦੇ ਨਾਲ, ਗੁਲਾਮੀ ਦੇ ਨਾਲ। ਕਿਉਂਕਿ ਮੋਦੀ ਜੀ ਨੇ ਤਾਂ ਇੱਕ ਸੋਚ ਬਣਾ ਲਈ ਹੈ ਕਿ ਸਿਰਫ ਔਰ ਸਿਰਫ ਉਹਨਾਂ ਘਰਾਣਿਆਂ ਨੂੰ ਫਾਇਦਾ ਦੇਣਾ ਜਿਨ੍ਹਾਂ ਨੇ ਉਹਨਾਂ 'ਤੇ ਪੈਸਾ ਲਗਾਇਆ। ਬੜੇ ਅਫਸੋਸ ਦੀ ਗੱਲ ਹੈ। ਹੁਣ ਸਾਡੇ ਕਈ ਵੀਰਾਂ ਨੂੰ, ਯੰਗ ਨੇ, ਚਲੋ ਹਿੰਦੂ ਧਰਮ ਨਾਲ ਬਿਲੋਂਗ ਕਰਦੇ ਨੇ, ਇਸ ਕਰਕੇ ਉਹ ਮੋਦੀ ਜੀ ਨੂੰ ਜ਼ਿਆਦਾ ਲਾਈਕ ਕਰਦੇ ਨੇ। ਲੇਕਿਨ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਥੋੜ੍ਹਾ ਜਿਹਾ ਅਗਰ ਆਪਣਾ ਦਿਮਾਗ ਇਸਤੇਮਾਲ ਕਰਨ ਕਿ ਅਸੀਂ ਗੁਲਾਮੀ ਦੀ ਤਰਫ ਕਿੱਦਾਂ ਜਾ ਰਹੇ ਹਾਂ। ਅੱਜ ਮੋਦੀ ਜੀ ਚਾਈਨਾ ਦਾ ਬਹਿਸ਼ਕਾਰ ਕਰ ਰਹੇ ਨੇ। ਨੋਟਬੰਦੀ ਦੇ ਵਿੱਚ ਪੇਟੀਐਮ ਦੇ ਖੜ੍ਹ ਕੇ ਪੇਟੀਐਮ ਦੇ ਨਾਲ ਫੋਟੋਆਂ ਖਿਚਾ ਰਹੇ ਸੀ ਅਤੇ ਐਡ ਕਰ ਰਹੇ ਸੀ। ਉਹ ਕਿਉਂ? ਕਿਉਂਕਿ ਚੰਦਾ ਮਿਲਦਾ ਸੀ। ਅੱਜ ਅਗਰ ਕਿਸਾਨ ਆਪਣੀ ਆਵਾਜ਼ ਚੁੱਕ ਰਹੇ ਨੇ, ਕਿਸਾਨਾਂ ਨੂੰ ਕਿਹਾ ਜਾ ਰਿਹਾ ਜੀ ਇਹਨਾਂ ਨੂੰ ਬਰਗਲਾਇਆ ਜਾ ਰਿਹਾ, ਬੱਚੇ ਥੋੜ੍ਹੀ ਨੇ। ਜੋ ਇੱਕ ਮਿੱਟੀ ਦੇ ਵਿੱਚੋਂ ਅੰਨ ਪੈਦਾ ਕਰਕੇ ਹਜ਼ਾਰਾਂ ਲੱਖਾਂ ਕਰੋੜਾਂ ਬੰਦਿਆਂ ਦਾ ਢਿੱਡ ਭਰ ਸਕਦਾ ਹੈ, ਕਿ ਉਹ ਬੱਚਾ? ਉਹਨੂੰ ਕੋਈ ਸਮਝ ਨਹੀਂ। ਕਿਸਾਨ ਉਹ ਅੰਨਦਾਤਾ ਹੈ
ਜੋ ਸਾਨੂੰ ਜਨਮ ਤੋਂ ਲੈ ਕੇ ਮਰਨ ਤੱਕ ਜੀਣਾ ਸਿਖਾਉਂਦਾ ਹੈ ਵੀ ਕਿਸ ਤਰ੍ਹਾਂ ਜੀਣਾ ਹੈ। ਅਗਰ ਇੱਕ ਅੰਨ ਦਾ ਦਾਣਾ 1 ਘੰਟਾ ਸਾਡੀ ਰੋਟੀ ਵੀ ਲੇਟ ਹੋ ਜਾਂਦੀ ਹੈ ਤਾਂ ਸਾਡੇ ਕਿਸੇ ਦਾ BP ਵੱਧ ਜਾਂਦਾ, ਕਿਸੇ ਦਾ ਘਟ ਜਾਂਦਾ ਹੈ, ਕਿਸੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ। ਅਗਰ ਅੱਜ ਉਹ ਕਿਸਾਨ ਭੁੱਖਾ ਠੰਡ ਦੇ ਵਿੱਚ ਸੜਕਾਂ 'ਤੇ ਬੈਠਾ, ਕੋਈ ਵੱਡੀ ਗੱਲ ਨਹੀਂ। ਅਗਰ ਬਿੱਲ ਬੰਦ ਵੀ ਕਰ ਦਿੱਤਾ ਜਾਏਗਾ ਤਾਂ ਮੋਦੀ ਸਰਕਾਰ ਦੀ ਇਮੇਜ ਗਿਰੇਗੀ ਨਹੀਂ, ਮੋਦੀ ਸਰਕਾਰ ਦੀ ਇਮੇਜ ਬਣੇਗੀ ਵੀ ਹਾਂ ਇਹਨਾਂ ਨੇ ਬਿੱਲ ਬਣਾਇਆ ਸੀ, ਕਿਸਾਨਾਂ ਦੇ ਹੱਕ ਨੂੰ ਦੇਖਦੇ ਇਹਨਾਂ ਨੇ ਬਿੱਲ ਵਾਪਸ ਲੈ ਲਿਆ। ਲੇਕਿਨ ਮੋਦੀ ਜੀ ਤਾਂ ਫਸ ਚੁੱਕੇ ਨੇ, ਮੂੰਹ ਦੇ ਵਿੱਚ ਕੋਹੜ ਕਰ ਲਈ ਹੈ, ਨਾ ਖਾ ਸਕਦੇ ਨੇ ਨਾ ਨਿਗਲ ਸਕਦੇ ਨੇ। ਅਗਰ ਖਾ ਜਾਣਗੇ ਤਾਂ ਕੋਹੜੀ ਹੋ ਜਾਣਗੇ, ਅਗਰ ਨਿਗਲਦੇ ਨੇ ਤਾਂ ਹਿੰਦੂ ਧਰਮ ਭ੍ਰਸ਼ਟ ਹੋ ਜਾਏਗਾ। ਹੁਣ ਬਿੱਲ ਦੀ ਗੱਲ ਕਰਾਂਗੇ। ਬਿੱਲ ਦੇ ਵਿੱਚ ਫੰਡਾ ਕੀ ਹੈ? ਛੋਟਾ ਜਿਹਾ ਫੰਡਾ ਹੈ, ਕੋਈ ਵੱਡਾ ਨਹੀਂ ਹੈ, ਸਿਰਫ ਸਮਝਣ ਦੀ ਲੋੜ ਹੈ। ਆਪਾਂ ਚੱਲਦੇ ਹਾਂ ਜਦੋਂ ਜੀਓ ਲਾਂਚ ਹੋਈ ਸੀ। ਸਭ ਨੂੰ ਪਤਾ ਹੈ ਕਿ ਜੀਓ ਫ੍ਰੀ ਆਈ, 3 ਮਹੀਨੇ 6 ਮਹੀਨੇ ਸਭ ਨੇ ਬੜੀ ਐਸ਼ ਕੀਤੀ ਜੀਓ ਦੀ। ਲੇਕਿਨ ਆਪਾਂ ਨਹੀਂ, ਉਸ ਸਮੇਂ ਵੀ ਜੀਓ ਦਾ ਸਿਮ ਨਹੀਂ ਲਿਆ ਸੀ। ਸਭ ਨੇ ਬੜੀ ਐਸ਼ ਕੀਤੀ, ਆਹ ਜੀਓ ਦਾ ਨੈਟ। ਫਿਰ ਕੀ ਹੋਇਆ? 99 ਦੀ ਮੈਂਬਰਸ਼ਿਪ, 149 ਦਾ 149 ਰੁਪਏ ਦਾ ਰੀਚਾਰਜ। ਫਿਰ ਕੁਝ ਸਮਾਂ ਨਿਕਲਿਆ, ਉਹੀ 149 ਵਾਲਾ ਰੀਚਾਰਜ 199 ਦਾ ਹੋ ਗਿਆ। ਮੈਂਬਰਸ਼ਿਪ ਉਸ ਤਰ੍ਹਾਂ ਹੀ ਰਹੀ 99 ਦੀ। ਫਿਰ ਥੋੜ੍ਹਾ ਜਿਹਾ ਸਮਾਂ ਨਿਕਲਿਆ, 399 ਦਾ ਮੈਂਬਰ ਰੀਚਾਰਜ ਹੋ ਗਿਆ। ਅਤੇ ਅੱਜ ਰੀਚਾਰਜ ਕਿੰਨੇ ਦਾ? 599 ਦਾ। ਇਹੀ ਕਿਸਾਨਾਂ ਦੇ ਬਿੱਲ 'ਚ ਹੋਣਾ। ਅੱਜ ਰਵੀ ਸ਼ੰਕਰ ਪ੍ਰਸਾਦ, ਸੰਬਿਤ ਪਾਤਰਾ, ਨਕਵੀ, ਹੋਰ ਜਾਣੇ ਕਿੰਨੇ VK ਸ਼ਰਮਾ, ਕਿੰਨੇ ਜਾਣੇ ਉਸ ਬਿੱਲ ਦੀਆਂ ਖੂਬੀਆਂ ਦੱਸਣ ਆਏ ਨੇ, ਲੇਕਿਨ ਕਮੀ ਕਿਸੇ ਨੇ ਨਹੀਂ ਕੱਢੀ। ਹੁਣ ਕਿਸਾਨੀ ਬਿੱਲ ਦੇ ਵਿੱਚ ਕੀ ਹੋਣਾ? ਉਹੀ ਫ੍ਰੀ ਵਾਲਾ ਸਿਸਟਮ, ਜੀਓ ਫ੍ਰੀ ਸਿਸਟਮ। ਸ਼ੁਰੂ ਦੇ ਵਿੱਚ ਕਿਸਾਨਾਂ ਨੂੰ ਸਰਕਾਰੀ ਮੰਡੀਆਂ ਤੋਂ 5 ਰੁਪਏ ਜਾਂ 10 ਰੁਪਏ ਰੇਟ ਵਧਾ ਕੇ ਦਿੱਤਾ ਜਾਏਗਾ। ਉਹ ਹੋ ਸਕਦਾ 1 ਫਸਲ ਜਾਂ 2 ਫਸਲ ਜਾਂ 3 ਫਸਲਾਂ ਤੱਕ। ਅਗਰ ਮੈਂ ਕਿਸਾਨ ਹਾਂ, ਮੇਰੇ ਹੋਰ ਪੰਜਾਬ ਦੇ ਵਾਸੀ ਕਿਸਾਨ ਨੇ, ਜਿਹਨੂੰ ਨੈਚੁਰਲੀ ਇਹ 5-10 ਰੁਪਏ ਫਸਲ ਦੇ ਮਗਰ, ਕਿਲੋ ਦੇ ਮਗਰ ਵੱਧ ਮਿਲਣਗੇ ਤਾਂ ਉਹ ਉੱਥੇ ਵੇਚੇਗਾ। ਉਸੇ ਦੌਰਾਨ ਇੱਕ ਫਿਰ ਬਿੱਲ ਲਿਆਂਦਾ ਜਾਏਗਾ ਕਿ FCI ਸਰਕਾਰ ਦੇ ਉੱਤੇ ਬੋਝ ਹੈ। ਉੱਥੇ ਕੋਈ ਮੰਡੀ ਦਾ ਕੋਈ ਕਿਸਾਨ ਆਪਣਾ ਅੰਨ ਲੈ ਕੇ ਤਾਂ ਜਾ ਨਹੀਂ ਰਿਹਾ, ਉਹ ਢਾਂਚੇ ਨੂੰ ਬੰਦ ਕਰ ਦਿੱਤਾ ਜਾਏ। ਉਸੇ ਦੌਰਾਨ ਰੇਟ ਪ੍ਰਾਈਵੇਟ ਸਰਕਲ ਉਹੀ ਦੇਗਾ ਜੋ ਸਰਕਾਰ ਤੈਅ ਕਰੇਗੀ, ਸਿਰਫ ਉਹ ਦਿਖਾਵੇ ਲਈ। ਉਹ ਸਿਰਫ ਦਿਖਾਵੇ ਲਈ ਹੋਏਗਾ। 6 ਮਹੀਨੇ ਲਗਾ ਲਓ, ਸਾਲ ਲਗਾ ਲਓ, 2 ਸਾਲ ਲਗਾ ਲਓ। 2 ਸਾਲਾਂ ਦੇ ਵਿੱਚ ਉਹ ਸਰਕਾਰੀ ਢਾਂਚੇ ਨੂੰ ਖਤਮ ਕਰਕੇ 2 ਸਾਲਾਂ ਦੇ ਅੰਦਰ ਉੱਥੇ ਪ੍ਰਾਈਵੇਟ ਢਾਂਚਾ ਖੜਾ ਕਰ ਦਿੱਤਾ ਜਾਏਗਾ। ਜਦੋਂ ਪ੍ਰਾਈਵੇਟ ਢਾਂਚਾ ਕੰਪਲੀਟ ਹੋ ਜਾਏਗਾ, ਕਿਉਂਕਿ ਸਰਕਾਰ ਨੇ MSP ਦੀ ਗਰੰਟੀ ਲਿਖਤੀ ਤਾਂ ਦਿੱਤੀ ਨਹੀਂ। ਜਦੋਂ ਲਿਖਤੀ ਨਹੀਂ ਦਿੱਤੀ ਗਈ ਤਾਂ ਇਹਦਾ ਮਤਲਬ ਕੁਛ ਨਾ ਕੁਛ ਸਾਰੀ ਦਾਲ ਹੀ ਕਾਲੀ ਹੈ। ਥੋੜ੍ਹੀ ਬਹੁਤ ਨਹੀਂ, ਸਾਰੀ ਹੀ ਕਾਲੀ ਹੈ, ਦਾਲ ਨਹੀਂ, ਸਾਰੀ ਦਾਲ ਹੀ ਕਾਲੀ ਹੈ। ਉਸ ਢਾਂਚੇ ਨੂੰ ਸਰਕਾਰ ਬੰਦ ਕਰ ਦੇਗੀ, ਜਿਹਨੂੰ FCI ਕਹਿੰਦੇ ਆਪਾਂ। ਉਹ ਢਾਂਚੇ ਨੂੰ ਬੰਦ ਕਰ ਦੇਗੀ, ਕਹੇਗੀ ਜੀ ਸਾਨੂੰ ਤਾਂ ਇਸ 'ਤੇ ਨੁਕਸਾਨ ਹੋ ਰਿਹਾ, ਕਿਸਾਨ ਫਸਲ ਲੈ ਕੇ ਆ ਨਹੀਂ ਰਹੇ, ਇਹ ਢਾਂਚੇ ਦੀਆਂ ਤਨਖਾਹਾਂ, ਵਰਕਰਾਂ ਦੀਆਂ ਤਨਖਾਹਾਂ, ਆਫਿਸਰਾਂ ਦੀਆਂ ਤਨਖਾਹਾਂ ਸਾਨੂੰ ਨਜਾਇਜ਼ ਪੈ ਰਹੀਆਂ ਨੇ, ਇਸ ਕਰਕੇ ਅਸੀਂ ਇਹਨੂੰ ਬੰਦ ਕਰ ਰਹੇ ਹਾਂ। ਕੁੱਲ ਮਿਲਾ ਕੇ ਕੀ ਨਿਕਲੇਗਾ ਕਿ ਉਹ ਸਰਕਾਰੀ ਢਾਂਚਾ ਬੰਦ ਹੋ ਜਾਏਗਾ। ਫਿਰ ਆ ਜਾਏਗਾ ਪ੍ਰਾਈਵੇਟ ਢਾਂਚਾ, ਜੋ ਅੰਬਾਨੀ, ਅਡਾਨੀ ਜਾਂ ਹੋਰ ਕੁਝ ਪੂੰਜੀਪਤੀਆਂ ਨੇ ਤਿਆਰ ਕੀਤਾ, ਜੋ ਮੋਦੀ ਦੇ ਫੰਡਰ ਨੇ, ਜੋ ਮੋਦੀ ਨੂੰ ਫੰਡ ਦਿੰਦੇ ਨੇ। ਉਹ ਢਾਂਚਾ, ਜਦੋਂ ਸਰਕਾਰੀ ਢਾਂਚਾ ਬੰਦ ਹੋ ਜਾਏਗਾ ਤੇ ਪ੍ਰਾਈਵੇਟ ਢਾਂਚਾ ਫਿਰ ਆਪਣੀ ਅਸਲੀ ਔਕਾਤ ਦੇ ਵਿੱਚ ਆਏਗਾ। ਫਿਰ ਉਹ ਆਪਣੀ ਅਸਲੀ ਔਕਾਤ ਦਿਖਾਏਗਾ
ਉਹ ਫਿਰ ਹੋਰ ਸਿਸਟਮ ਚਲਾਏਗਾ ਵੀ ਤੁਸੀਂ ਜ਼ਮੀਨਾਂ ਹੀ ਸਾਨੂੰ ਠੇਕੇ 'ਤੇ ਦਿਓ, ਸਾਡੇ ਨਾਲ ਐਗਰੀਮੈਂਟ ਕਰੋ 15 ਸਾਲ 10 ਸਾਲ ਦਾ। ਐਗਰੀਮੈਂਟ ਦੇ ਵਿੱਚ ਕੁਝ ਸ਼ਰਤਾਂ ਐਸੀਆਂ ਲਿਖੀਆਂ ਜਾਣਗੀਆਂ ਜਿਹਦੇ 'ਚ ਕਿਸਾਨ ਫਸ ਜਾਏਗਾ। ਕਿਸਾਨ ਫਸੇਗਾ, ਕਾਨੂੰਨ ਤਾਂ ਉਹਦੇ ਕੋਲੋਂ ਪਹਿਲਾਂ ਹੀ ਖੋਲ੍ਹਿਆ, ਕੋਰਟ 'ਚ ਜਾ ਨਹੀਂ ਸਕਦਾ, SDM ਕੋਲ ਜਾਏਗਾ, DC ਕੋਲ ਜਾਏਗਾ। ਉਹ ਕਿਹਦੇ ਪੁਆਇੰਟ ਕੀਤੇ ਨੇ? ਸੈਂਟਰ ਸਰਕਾਰ ਦੇ। ਅਤੇ ਉੱਥੇ ਹੋਏਗਾ ਕਿ ਕਿਸਾਨ ਧੱਕੇ ਖਾ ਖਾ ਕੇ ਐਂਡ 'ਤੇ ਉਹਨਾਂ ਪੂੰਜੀਆਂ ਪੱਤੀਆਂ ਦਾ ਗੁਲਾਮ ਹੋ ਜਾਏਗਾ। ਉਹਦੀ ਮਜਬੂਰੀ ਬਣ ਜਾਏਗੀ ਕਿ 18 ਜਾਂ 20 ਰੁਪਏ ਕਿੱਲੋ ਵਾਲੀ ਚੀਜ਼ ਉਹਨੂੰ 10 ਰੁਪਏ 'ਚ ਉਹਨਾਂ ਪ੍ਰਾਈਵੇਟ ਢਾਂਚੇ ਨੂੰ, ਪ੍ਰਾਈਵੇਟ ਸੰਗਠਨਾਂ ਨੂੰ ਵੇਚਣੀ ਪਏਗੀ, ਜੋ ਕਿ UP ਬਿਹਾਰ ਅਤੇ ਪੂਰੇ ਬਾਕੀ ਦੇਸ਼ 'ਚ ਵੀ ਹੋ ਰਿਹਾ। ਅਗਰ UP ਬਿਹਾਰ ਦਾ ਕਿਸਾਨ ਅੱਜ ਅਮੀਰ ਨਹੀਂ ਹੋਇਆ ਜਾਂ ਆਪਣੇ ਪੈਰਾਂ 'ਤੇ ਸਟੈਂਡ ਨਹੀਂ ਹੋਇਆ, ਉਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉੱਥੇ FCI ਦੀਆਂ ਮੰਡੀਆਂ ਨਹੀਂ ਹੈ। ਅਗਰ ਪੰਜਾਬ ਦੇ ਅੰਦਰ ਕਣਕ 18 ਜਾਂ 20 ਜਾਂ 25 ਰੁਪਏ ਵਿਕਦੀ ਹੈ, ਤਾਂ UP ਬਿਹਾਰ ਦੇ ਵਿੱਚ ਉਹ ਅੱਜ ਵੀ ਪੂੰਜੀਪਤੀ ਬੈਠੇ ਨੇ, ਜਿਨ੍ਹਾਂ ਨੂੰ ਸ਼ਾਹੂਕਾਰ ਜਾਂ ਸੇਠ ਕਹਿੰਦੇ ਨੇ ਉਹ ਲੋਕ, ਉਹ ਉਹਨਾਂ ਦੇ ਆਲਰੇਡੀ ਕਰਜ਼ੇ ਦੇ ਥੱਲੇ ਦੱਬੇ ਨੇ। ਉਹ 10 ਰੁਪਏ 12 ਰੁਪਏ 8 ਰੁਪਏ ਕਣਕ ਉਹਨਾਂ ਕੋਲੋਂ ਖਰੀਦਦੇ ਨੇ ਅਤੇ ਅੱਗੇ ਜਾ ਕੇ ਆਪਣੇ ਗੋਦਾਮਾਂ ਦੇ ਵਿੱਚ ਸਟੋਰ ਕਰਦੇ ਨੇ ਅਤੇ 20 ਰੁਪਏ 25 ਰੁਪਏ ਵੇਚਦੇ ਨੇ। ਇਸ ਕਰਕੇ UP ਬਿਹਾਰ ਦਾ ਕਿਸਾਨ, ਉਹਨਾਂ ਦੇ ਕਿਸਾਨਾਂ ਕੋਲ ਜ਼ਮੀਨਾਂ ਬਹੁਤ ਨੇ, ਲੇਕਿਨ ਉਹਨਾਂ ਦੀ ਪੈਦਾਵਾਰ ਦੀ ਕੀਮਤ ਨਾ ਮਿਲਣ ਕਰਕੇ ਉਹਨਾਂ ਨੂੰ ਉੱਥੋਂ ਪਲਾਇਨ ਕਰਕੇ ਦੂਸਰੀਆਂ ਸਟੇਟਾਂ ਦੇ ਵਿੱਚ ਮਜ਼ਦੂਰੀ ਕਰਨ ਜਾਣਾ ਪੈਂਦਾ। ਅੱਜ ਦਿਖਾਇਆ ਜਾਂਦਾ ਹੈ ਕਿ ਬਿਹਾਰ ਦੇ ਕਿਸਾਨ ਤਾਂ ਬਹੁਤ ਖੁਸ਼ ਨੇ ਜੀ, ਇਸ ਬਿੱਲ ਤੋਂ ਬੜੇ ਖੁਸ਼ ਨੇ। ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈ ਕਿ ਇਸ ਬਿੱਲ ਦੇ ਫਾਇਦੇ ਕੀ ਨੇ ਅਤੇ ਨੁਕਸਾਨ ਕੀ ਨੇ। ਉਸ ਢਾਂਚੇ ਨੂੰ ਖੜਾ ਕਰਕੇ ਮੋਦੀ ਜੀ ਇੱਕ ਐਸੀ ਸਥਿਤੀ ਪੈਦਾ ਕਰਨੀ ਚਾਹੁੰਦੇ, ਕਿਉਂਕਿ ਗੁਲਾਮੀ, ਅਸੀਂ ਸਾਰੇ ਪਾਸੇ ਗੁਲਾਮ ਹੋ ਚੁੱਕੇ ਹਾਂ, ਆਲਰੇਡੀ ਹੋ ਚੁੱਕੇ ਹਾਂ। BSNL ਨੂੰ ਬੰਦ ਕਰਕੇ ਜੀਓ ਦੇ ਦਨਾਦਨ ਦੀ ਐਡ ਕਰ ਰਹੇ ਨੇ ਮੋਦੀ ਜੀ। ਸਾਡੇ ਪ੍ਰਧਾਨ ਮੰਤਰੀ ਦੇਸ਼ ਦੀ ਜੀਓ ਦੀ ਐਡ ਕਰ ਰਹੇ ਨੇ, ਕਿੱਡੀ ਸ਼ਰਮ ਵਾਲੀ ਗੱਲ। ਪ੍ਰਧਾਨ ਮੰਤਰੀ ਦੀ ਕੋਈ ਗਰਿਮਾ ਹੁੰਦੀ ਹੈ, ਉਸ ਗਰਿਮਾ ਨੂੰ ਭੁੱਲ ਕੇ ਇੱਕ ਕੈੜੇ ਸ਼ਬਦਾਂ 'ਚ ਕਹਿ ਦਈਏ ਕਿ ਚਮਚਾਗਿਰੀ ਕਰਨ 'ਤੇ ਲੱਗੇ ਹੋਏ ਨੇ। ਦੇਸ਼ ਨੂੰ ਗੁਲਾਮ ਆਲਰੇਡੀ ਹੋ ਚੁੱਕਿਆ। ਲਾਸਟ ਕਿੱਲ ਸਿਰਫ ਕਿਸਾਨਾਂ ਦੇ ਬਿੱਲ ਦੀ ਠੁਕਣੀ ਸੀ ਹਿੰਦੁਸਤਾਨ 'ਤੇ, ਉਹ ਠੁੱਕ ਚੁੱਕੀ ਹੈ। ਅਗਰ ਹੁਣ ਵੀ ਪੂਰਾ ਦੇਸ਼ ਨਾ ਜਾਗਿਆ, ਹੁਣ ਇਹ ਮੁੱਦਾ ਕਿਸਾਨਾਂ ਦਾ ਨਹੀਂ ਰਹਿ ਗਿਆ, ਇਹ ਮੁੱਦਾ ਹਰ ਬੰਦੇ ਦਾ ਬਣ ਚੁੱਕਿਆ। ਹਰ ਇੱਕ ਬੰਦੇ ਨੂੰ ਕਿਸੇ ਵੀ ਤਰ੍ਹਾਂ, ਅਗਰ ਕੋਈ ਕਿਸੇ ਧਰਨਾ ਪ੍ਰਦਰਸ਼ਨ 'ਤੇ ਜਾ ਸਕਦਾ, ਆਪਣੇ ਘਰ ਬੈਠ ਕੇ ਆਪਣੇ ਕੰਨਿਓ ਕੁਝ ਲਿਖ ਕੇ ਪਾ ਸਕਦਾ, ਜਾਂ ਆਪਣੇ ਕਿਸੇ ਸੰਗਠਨ ਨਾਲ ਜੁੜ ਕੇ ਕੋਈ ਮੁਜ਼ਾਹਰਾ ਕਰ ਸਕਦਾ, ਜਿਸ ਤਰ੍ਹਾਂ ਕਿਸੇ ਨੂੰ ਕੋਈ ਠੀਕ ਲੱਗਦਾ ਉਸ ਤਰ੍ਹਾਂ ਉਹ ਕਰ ਸਕਦਾ। ਕਿਉਂਕਿ ਇੱਕ ਆਵਾਜ਼ ਜਦੋਂ ਬਣੇਗੀ ਪੂਰੇ ਦੇਸ਼ ਦੀ, ਤਾਂ ਆਵਾਜ਼ ਕਿਤੇ ਨਾ ਕਿਤੇ ਪੂਰੇ ਵਰਲਡ ਦੇ ਅੰਦਰ ਗੂੰਜੇਗੀ। ਜਦੋਂ ਵਰਲਡ ਦੇ ਅੰਦਰ ਗੂੰਜੇਗੀ ਤਾਂ ਮੋਦੀ ਜੀ ਨੂੰ ਇਹ ਬਿੱਲ ਵਾਪਸ ਲੈਣਾ ਪਵੇਗਾ। ਅਗਰ ਇਹ ਬਿੱਲ ਵਾਪਸ ਨਹੀਂ ਹੋਇਆ ਤਾਂ ਮੈਂ ਦੁਬਾਰਾ ਫਿਰ ਕਹਿ ਰਿਹਾ ਕਿ ਇਹ ਗੁਲਾਮੀ ਦੀ ਲਾਸਟ ਕਿੱਲ ਹੈ ਜੋ ਕਿਸਾਨਾਂ ਦੇ ਜ਼ਰੀਏ ਹਿੰਦੁਸਤਾਨ 'ਤੇ ਠੋਕੀ ਜਾ ਰਹੀ ਹੈ। ਇਸ ਤੋਂ ਬਾਅਦ ਕੋਈ ਵੀ ਉਮੀਦ ਨਾ ਕਰਿਓ ਕਿ ਦੇਸ਼ ਸਾਡਾ ਗੁਲਾਮ ਹੈ। ਅਗਰ BSNL ਅੱਜ 3G ਦੀ ਸੇਵਾ 108 ਜਾਂ 118 ਰੁਪਏ 'ਚ ਦੇ ਰਿਹਾ, ਗੁਲਾਮੀ ਦੀ ਕੁਛ ਗੱਲ ਦੱਸਣ ਜਾ ਰਿਹਾ, ਅਗਰ 120 ਰੁਪਏ ਜਾਂ 118 ਰੁਪਏ ਜਾਂ 10 ਰੁਪਏ ਇੰਨੇ ਕੀ ਉਹਦਾ ਅਮਾਊਂਟ ਹੈ, ਸਾਨੂੰ 3G ਦੀ ਸੇਵਾ ਦੇ ਰਿਹਾ ਔਰ ਬਹੁਤ ਵਧੀਆ ਨੈੱਟ ਚੱਲਦਾ, ਲੇਕਿਨ ਅਸੀਂ ਗੁਲਾਮ ਹੋ ਚੁੱਕੇ ਹਾਂ। ਇਸ ਕਰਕੇ ਅਸੀਂ ਜੀਓ ਦੇ ਪਿੱਛੇ ਭੱਜਦੇ ਹਾਂ ਜਾਂ ਏਅਰਟੈਲ ਦੇ ਜਾਂ ਵੋਡਾਫੋਨ ਦੇ। ਉਹ ਆਪਣੀ ਫੈਸਿਲਿਟੀ ਲਈ ਲੈ ਰਹੇ ਹਾਂ ਕਿ ਸਾਨੂੰ ਨੈਟਵਰਕ, ਲੇਕਿਨ ਅਗਰ ਮੋਦੀ ਜੀ ਚਾਹੁੰਦੇ ਜੋ ਟਾਵਰ BSNL ਦੇ ਜੀਓ ਨੂੰ ਯੂਜ਼ ਕਰਨ ਨੂੰ ਦਿੱਤੇ ਨੇ, ਉਹਨਾਂ ਦੀ ਰੱਖ ਰਖਾਵ ਵਧਾ ਦਿੱਤਾ ਜਾਂਦਾ, ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ, ਤਾਂ BSNL ਟੌਪ 'ਤੇ ਹੁੰਦੀ। ਕਿਉਂਕਿ ਕਾਰਨ ਕੀ ਸੀ? ਉਹੀ ਛੋਟਾ ਜਿਹਾ ਕਿ ਉਹਨਾਂ ਦੀ ਫੰਡਿੰਗ ਲੱਗੀ ਹੋਈ ਸੀ। ਹੁਣ ਅਗਰ ਅੰਬਾਨੀ ਅਦਾਨੀ ਦੀ ਗੱਲ ਨੂੰ ਕੱਟਦੇ ਨੇ ਤਾਂ ਉਹਨਾਂ ਦੇ ਡੰਡਾ ਕਈ ਤਰਫੋਂ ਪੈਂਦਾ। ਪਹਿਲਾਂ ਤਾਂ ਉਹਨਾਂ ਪੂੰਜੀਪਤੀਆਂ ਦੀ ਤਰਫੋਂ ਪੈਂਦਾ, ਜਿਨ੍ਹਾਂ ਨੇ ਅਰਬਾਂ ਖਰਬਾਂ ਰੁਪਈਆ ਉਹਨਾਂ ਦੀ ਦੋਨਾਂ ਇਲੈਕਸ਼ਨਾਂ 'ਤੇ ਲਾਇਆ, 2014 ਅਤੇ 2019 ਦੇ ਵਿੱਚ। ਦੂਜਾ ਡੰਡਾ ਪੈਂਦਾ ਨਾਗਪੁਰ 'ਚ ਬੈਠੀ ਹੋਈ ਟੀਮ ਦਾ, RSS ਦਾ।
ਕਿਉਂਕਿ ਇਸ਼ਾਰਾ ਉੱਥੋਂ ਚੱਲਣਾ, ਹੁਕਮ ਉੱਥੋਂ ਹੋਣਾ, ਉਹੀ ਕੁਝ ਵੱਜਣਾ ਹੈ। ਜੋ ਉੱਪਰੋਂ ਘੰਟੀ ਵੱਜਣੀ ਆ ਉਹਦੀ ਆਵਾਜ਼ ਉਹਨਾਂ ਨੇ ਦੇਸ਼ ਨੂੰ ਉਹੀ ਸੁਣਾਉਣੀ ਹੈ। ਨੋਟਬੰਦੀ ਕੀਤੀ ਜੀ, ਮੈਨੂੰ 50 ਦਿਨ ਦੇ ਦਿਓ, ਮੈਂ ਕਾਲਾ ਧਨ ਲਿਆਉਂਗਾ, ਅੱਤਵਾਦ ਖਤਮ ਹੋ ਜਾਊਗਾ। ਕੀ ਕੁਛ ਆਇਆ? ਨਹੀਂ ਆਇਆ। ਕਾਲਾ ਧਨ ਆਇਆ? ਨਹੀਂ ਆਇਆ। ਲੋਕ ਬੈਂਕਾਂ ਦੇ ਬਾਹਰ ਲਾਈਨਾਂ ਦੇ ਵਿੱਚ ਖੜ੍ਹੇ ਹੋਏ, ਆਪਣੀ ਪ੍ਰਾਣ ਤਿਆਗ ਗਏ, ਜਾਨਾਂ ਦੇ ਗਏ, ਕਿਸੇ ਦਾ ਕੋਈ ਫਾਇਦਾ ਨਹੀਂ ਹੋਇਆ। ਅੱਤਵਾਦ ਖਤਮ ਹੋਇਆ? ਨਹੀਂ ਹੋਇਆ। ਐਡਾ ਵੱਡਾ ਪੁਲਵਾਮਾ ਬੰਬ ਕਾਂਡ ਹੋਇਆ ਜਿਹਦੇ ਵਿੱਚ 48 ਸੈਨਿਕ ਸਾਡੇ ਸ਼ਹੀਦ ਹੋ ਗਏ। ਕੀ ਅੱਤਵਾਦ ਖਤਮ ਹੋਇਆ? ਨਹੀਂ ਹੋਇਆ। ਉਸ ਤੋਂ ਬਾਅਦ ਨਾ ਜਾਣੇ ਕਿੰਨੇ ਹੀ ਅਟੈਕ ਹੋ ਗਏ ਇੰਡੀਆ 'ਤੇ। ਇਹ ਤਾਂ ਕਹਿੰਦੇ ਸੀ ਕਿ ਵੀ ਬਿਲਕੁਲ ਖਤਮ ਹੋ ਜਾਏਗਾ, ਫੇਕ ਕਰੰਸੀ ਬੰਦ ਹੋ ਜਾਏਗੀ। 2000 ਦਾ ਨੋਟ, 500 ਦਾ ਨੋਟ ਬਣਾਇਆ, ਕਹਿੰਦੇ ਸੀ ਇਹਦੀ ਡੁਪਲੀਕੇਸੀ ਨਹੀਂ ਬਣੇਗੀ। ਅੱਜ ਬਾਜ਼ਾਰ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਨੋਟ ਡੁਪਲੀਕੇਸੀ। ਔਰ ਇੱਥੋਂ ਤੱਕ ਕਿ ਸਾਡੇ ਵਰਗੇ ਆਮ ਇਨਸਾਨ ਨੂੰ ਪਤਾ ਵੀ ਨਹੀਂ ਚੱਲਦਾ ਕਿ ਇਹ 500 ਦਾ ਅਸਲੀ ਹੈ ਕਿ ਨਕਲੀ ਹੈ। ਸਭ ਇਹਨਾਂ ਦੀਆਂ ਜੁਮਲੇ ਅਸੀਂ ਛੱਡਦੇ ਰਹੇ। ਲੇਕਿਨ ਇਹ ਸਰਕਾਰ ਬਚੀ ਕਿਉਂ ਹੋਈ ਹੈ? ਕਿਉਂਕਿ ਇਹ ਹਿੰਦੂ ਦੇ ਨਾਮ 'ਤੇ, ਧਰਮ ਦੇ ਨਾਮ 'ਤੇ ਆਪਣੇ ਆਪ ਨੂੰ ਇੱਕ ਕਹਿ ਲਈਏ ਕਿ ਕਰਨ ਦਾ ਕਵਚ ਪਾਇਆ ਹੈ। ਕਵਚ 'ਤੇ ਕੁੰਡਲ ਪਾ ਕੇ ਬੈਠੇ ਹੋਏ ਨੇ, ਜਿਹਦੇ ਕਰਕੇ ਇਹ ਹਜੇ ਤੱਕ ਬਚੇ ਹੋਏ ਨੇ। ਜਿਸ ਦਿਨ ਹਿੰਦੂ ਵੀ ਇਹ ਗੱਲ ਪ੍ਰੋਪਰ ਸਮਝ ਗਿਆ ਕਿ ਇਹ ਸਿਰਫ ਨਕਲੀ ਜਨੇਊ ਧਾਰੀ ਨੇ, ਇਹ ਉਹ ਜਨੇਊ ਧਾਰੀ ਨੇ ਜਿਹੜੇ ਮੌਕਾ ਪੈਣ 'ਤੇ ਜਨੇਊ ਉਤਾਰ ਕੇ ਕੁਛ ਵੀ ਬਣ ਸਕਦੇ ਨੇ। ਐਮਰਜੈਂਸੀ ਦੀ ਗੱਲ ਕਰ ਲਈਏ, ਮੋਦੀ ਜੀ ਨੇ ਆਪਣੇ ਆਪ ਨੂੰ ਬਚਾਉਣ ਲਈ ਪੱਗ ਬੰਨ੍ਹੀ ਸੀ। ਅੱਜ ਉਹਨਾਂ ਸਰਦਾਰਾਂ ਨੂੰ ਇਹ ਖਾਲਿਸਤਾਨੀ ਦੱਸ ਰਹੇ ਨੇ। ਜੇ ਕਿਸੇ ਨੇ ਪੱਗ ਬੰਨ੍ਹੀ ਹੈ ਉਹ ਖਾਲਿਸਤਾਨੀ ਨਹੀਂ ਹੈ, ਉਹ ਪੰਜਾਬੀ ਹੈ, ਉਹ ਕਿਸਾਨ ਹੈ, ਉਹ ਹਿੰਦੁਸਤਾਨੀ ਹੈ। ਖਾਲਿਸਤਾਨੀ ਤੋਂ ਪਹਿਲਾਂ ਉਹ ਹਿੰਦੁਸਤਾਨੀ ਹੈ। ਸਾਰਿਆਂ ਦੇ ਦਿਲ ਦੀ ਧੜਕਣ ਹੈ ਹਿੰਦੁਸਤਾਨ। ਅੱਜ ਕੁਝ ਮੀਡੀਆ ਏਜੰਸੀਆਂ ਵੀ ਲੱਗੀਆਂ ਹੋਈਆਂ ਨੇ ਕਿ ਜਿਵੇਂ ਤਿਵੇਂ ਇਸ ਅੰਦੋਲਨ ਨੂੰ ਖਾਲਿਸਤਾਨ ਦਾ ਰੂਪ ਦੇ ਦਈਏ, ਵੀ ਇਹ ਤਾਂ ਖਾਲਿਸਤਾਨੀ ਮੁੱਦਾ ਬਣਾ ਦਈਏ ਇਹਨੂੰ। ਬਹੁਤ ਹੀ ਅਫਸੋਸ ਦੀ ਗੱਲ ਹੈ, ਮੋਦੀ ਜੀ ਇੱਕ ਗੱਦੀ ਰਾਜ, ਇੱਕ ਕੁਰਸੀ ਦੇ ਲਈ ਅੰਨਦਾਤਾ। ਤੁਸੀਂ ਕਹਿੰਦੇ ਹੋ ਕਿ ਇਕੱਲੇ ਪੰਜਾਬ ਦੇ, ਜਰਾ ਬਾਰਡਰ 'ਤੇ ਜਾ ਕੇ ਤਾਂ ਦੇਖੋ, ਬਾਰਡਰ 'ਤੇ ਪਹੁੰਚ ਕੇ ਤਾਂ ਦੇਖੋ, ਤੁਹਾਨੂੰ ਪਤਾ ਲੱਗੇ ਕਿ ਇਕੱਲਾ ਪੰਜਾਬ ਨਹੀਂ, ਉੱਥੇ ਹਰਿਆਣਾ ਵੀ ਹੈ, ਯੂਪੀ ਵੀ ਹੈ। ਕੁਛ ਸਾਥੀ ਐਸੇ ਵੀ ਮਿਲੇ ਜੋ ਬਿਹਾਰ ਤੋਂ, ਮੈਂ ਦੇਖ ਕੇ ਹੈਰਾਨ ਹੋਇਆ ਕਿ ਬਿਹਾਰ ਤੋਂ ਮੋਟਰਸਾਈਕਲ 'ਤੇ ਆ ਗਏ ਕਿ ਮੈਂ ਵੀ ਇੱਕ ਕਿਸਾਨ ਹਾਂ। ਕਿਉਂਕਿ 2 ਵੀਲਰ ਸੀ, ਇਸ ਕਰਕੇ ਜਿਵੇਂ ਤਿਵੇਂ ਉਹ ਕਿਸੇ ਨਾ ਕਿਸੇ ਪਿੰਡਾਂ ਪੁੰਡਾਂ 'ਚੋਂ ਨਿਕਲ ਕੇ, ਕਿਉਂਕਿ ਬਾਰਡਰ ਕਈ ਸੀਲ ਨੇ, ਜਿਵੇਂ ਤਿਵੇਂ ਕਰਕੇ ਉਹ ਉੱਥੇ ਪਹੁੰਚੇ। ਮੈਂ ਵੀ ਪਹੁੰਚਿਆ। ਮੈਨੂੰ ਖੁਸ਼ੀ ਇਸ ਚੀਜ਼ ਦੀ ਹੋਈ ਕਿ ਮੇਰੇ ਕੋਲ ਸਾਥੀ ਪੁਰਾਣੇ ਯੂਥ ਦੇ ਟਾਈਮ ਦੇ ਵੀ ਮਿਲੇ। ਲੇਕਿਨ ਉਹਨਾਂ ਨੇ ਅਗਰ ਸੇਵਾ ਕੀਤੀ ਤਾਂ ਰਾਜਨੀਤੀ ਤੋਂ ਪਰੇ ਹਟ ਕੇ ਉਹਨਾਂ ਨੇ ਆਵਾਜ਼ ਬੁਲੰਦ ਰੱਖੀ, ਕਿਸਾਨ ਏਕਤਾ ਜਿੰਦਾਬਾਦ। ਬਹੁਤ ਹੀ ਵਧੀਆ ਲੱਗਿਆ। ਉੱਥੇ ਸਾਡੇ ਕੁਝ ਸਾਥੀ ਹਰਿਆਣੇ ਦੇ ਵੀ ਮਿਲੇ, ਦਿੱਲੀ ਦੇ ਵੀ ਸਾਥੀ ਮਿਲੇ 2-3। ਚਲੋ ਮੈਂ ਤਾਂ ਉਹਨਾਂ ਨੂੰ ਨਹੀਂ ਜਾਣਦਾ ਸੀ, ਉਹਨਾਂ ਨੇ ਮੈਨੂੰ ਪਹਿਚਾਣਿਆ ਅਤੇ ਗੱਲਬਾਤ ਕੀਤੀ। ਲੇਕਿਨ ਸਾਨੂੰ ਅੱਜ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। ਅਗਰ ਇਹ ਕਿੱਲ ਕਿਸਾਨ ਬਿੱਲ ਦੀ ਸਾਡੇ ਹਿੰਦੁਸਤਾਨ 'ਤੇ ਠੁੱਕ ਜਾਂਦੀ ਹੈ ਤਾਂ ਆਖਰੀ ਕਿੱਲ ਸਾਡੀ ਗੁਲਾਮੀ ਦੀ ਹੋਵੇਗੀ। ਅਸੀਂ ਗੁਲਾਮ ਹੋ ਜਾਵਾਂਗੇ, ਕਿਉਂਕਿ ਇਸ ਤੋਂ ਬਾਅਦ ਕੋਈ ਸਿਸਟਮ ਬਚਿਆ ਹੀ ਨਹੀਂ। ਸਾਰੇ ਸਿਸਟਮ, ਕੋਈ ਏਅਰਪੋਰਟ, ਕੋਈ ਸਰਕਾਰੀ ਢਾਂਚਾ, ਕੁਛ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ, ਕੁਛ ਨੂੰ ਵੇਚ ਦਿੱਤਾ ਗਿਆ। ਕੁੱਲ ਮਿਲਾ ਕੇ ਕਿ ਪਾਲਿਸੀ ਸਿਰਫ ਕੁਝ ਪੂੰਜੀਪਤੀਆਂ ਲਈ ਚੱਲ ਰਹੀ ਹੈ, ਹਿੰਦੁਸਤਾਨ ਲਈ ਨਹੀਂ ਚੱਲ ਰਹੀ। ਫਿਰ GST ਲਗਾਈ, ਕੀ ਬੈਨੀਫਿਟ ਹੋਇਆ? 28% ਆਮ ਲੋਕਾਂ ਦੀ ਜੇਬ 'ਤੇ ਡਾਕਾ ਮਾਰੇਗਾ। 28% ਟੈਕਸ ਲੈ ਕੇ ਇੱਕ ਇਨਸਾਨ 100 ਰੁਪਏ ਦੀ ਟੀ-ਸ਼ਰਟ ਖਰੀਦ ਕੇ 128 ਰੁਪਏ ਦੀ ਖਰੀਦ ਰਿਹਾ, ਕਿ ਉਹ 28 ਰੁਪਏ ਦਾ ਕਦੀ ਉਸ ਇਨਸਾਨ ਨੂੰ ਬੈਨੀਫਿਟ ਮਿਲਿਆ? ਨਹੀਂ ਮਿਲਿਆ। ਇੱਕ ਬਿਜ਼ਨਸਮੈਨ ਲੱਖਾਂ ਕਰੋੜਾਂ ਰੁਪਏ ਟੈਕਸ ਪੇ ਕਰਦਾ, ਕਿ ਕਦੀ ਉਹਦਾ ਕੋਈ ਮੋਦੀ ਸਰਕਾਰ ਨੇ ਕੋਈ ਪਾਲਿਸੀ ਕੀਤੀ ਉਹਦੀ ਵੀ ਅਗਰ ਕੱਲ੍ਹ ਇਸ ਇਨਸਾਨ ਨੂੰ ਕੁਛ ਹੋ ਜਾਵੇ, ਇਹ ਮੈਨੂੰ ਕਰੋੜਾਂ ਰੁਪਏ ਟੈਕਸ ਦੇ ਰਿਹਾ, ਲੱਖਾਂ ਰੁਪਏ ਟੈਕਸ ਦੇ ਰਿਹਾ, ਅਗਰ ਇਸ ਇਨਸਾਨ ਨੂੰ ਕੁਛ ਹੋ ਜਾਵੇ ਤਾਂ ਮੈਂ ਇਹਨੂੰ ਇੱਕ ਪਾਲਿਸੀ ਦੇ ਦਾਂ ਕਿ ਇਹਦਾ ਪਰਿਵਾਰ ਨੂੰ ਦੀ ਕੋਈ ਸਹਾਇਤਾ ਹੋ ਜਾਵੇ? ਨਹੀਂ ਦਿੱਤੀ। ਸਿਰਫ ਜੁਮਲੇ ਅਤੇ ਝੂਠ
ਬੋਲ ਕੇ ਦੇਸ਼ ਨੂੰ, ਸਿਰਫ ਇੱਕ ਛੋਟੀ ਜੀ ਸਾਡੇ ਦੇਸ਼ ਦੇ ਅੰਦਰ ਕਮੀ ਆ, ਹੋ ਸਕਦਾ ਕਈਆਂ ਨੂੰ ਚੰਗੀ ਨਾ ਲੱਗੇ, ਜਦ ਤੱਕ ਅਸੀਂ ਇਸ ਧਰਮ ਤੋਂ ਪਰੇ ਨਹੀਂ ਹਟਦੇ, ਇਹ ਜਾਤੀ ਤੋਂ ਪਰੇ ਨਹੀਂ ਹਟਦੇ, ਅਸੀਂ ਦੇਸ਼ ਨੂੰ ਗੁਲਾਮ ਖੁਦ ਕਰਵਾ ਚੁੱਕੇ ਹਾਂ। ਕਿਉਂਕਿ ਧਰਮ ਦੀ ਰਾਜਨੀਤੀ ਹਮੇਸ਼ਾ ਹੀ ਮਾੜੀ ਹੁੰਦੀ ਹੈ। ਧਰਮ ਦੀ ਰਾਜਨੀਤੀ, ਧਰਮ ਤਾਂ ਆਂਢੀ ਗੁਆਂਢੀ ਨੂੰ ਖਾ ਜਾਂਦਾ ਤਾਂ ਫਿਰ ਦੇਸ਼ ਹੈ। ਅਗਰ ਦੋ ਗੁਆਂਢੀ, ਇੱਕ ਹਿੰਦੂ ਅਗਰ ਸਿੱਖ ਆ, ਉਹਨਾਂ ਦਾ ਬੈਰ ਪੈ ਜਾਵੇ ਤਾਂ ਆਪਸ ਵਿੱਚ ਰੋਜ਼ ਲੜਦੇ ਹੀ ਨੇ, ਜਾਂ ਹਿੰਦੂ ਆ ਜਾਂ ਮੁਸਲਮਾਨ ਆ, ਅਗਰ ਆਸ ਪੜੋਸ 'ਚ ਰਹਿੰਦੇ ਨੇ, ਅਗਰ ਲੜਾਈ ਝਗੜਾ ਸ਼ੁਰੂ ਰਹਿੰਦਾ ਤਾਂ ਰੋਜ਼ ਉਹਨਾਂ ਦੀਆਂ ਲੜਾਈਆਂ ਹੁੰਦੀਆਂ ਨੇ। ਇਹ ਧਰਮ ਦੀ ਰਾਜਨੀਤੀ ਖਤਮ ਕਰ ਦੇ ਰਹੀ ਹੈ ਦੇਸ਼ ਨੂੰ। ਮੋਦੀ ਜੀ ਅਤੇ ਇਹਦੀ RSS ਦੀ ਟੀਮ ਨੇ ਇੱਕੋ ਪ੍ਰੋਪੇਗੈਂਡਾ ਸ਼ੁਰੂ ਕੀਤਾ, ਜਿੱਥੋਂ ਇਹ ਰਾਜਨੀਤੀ ਦੇ ਵਿੱਚ ਆਪਣੀ ਪਕੜ ਬਣਾ ਚੁੱਕੇ ਨੇ। ਕੁਛ ਇਹਨਾਂ ਦੀ ਇੱਕ ਮਾਸੀ ਜੀ ਨੇ, AVM ਕਹਿੰਦੇ ਨੇ ਜਿਨ੍ਹਾਂ ਨੂੰ, ਉਹ ਵੀ ਇਹਨਾਂ ਦਾ ਬੜਾ ਸਾਥ ਦੇ ਰਹੀ ਹੈ। ਵੋਟ ਪਾਓ ਬਹੁਜਨ ਸਮਾਜ ਪਾਰਟੀ ਨੂੰ ਜਾਂਦੀ ਹੈ BJP ਨੂੰ, ਵੋਟ ਪਾਓ ਕਾਂਗਰਸ ਨੂੰ ਜਾਂਦੀ ਹੈ BJP ਨੂੰ, ਵੋਟ ਪਾਓ ਝਾੜੂ ਨੂੰ ਤਾਂ ਵੋਟ ਜਾਂਦੀ ਹੈ BJP ਨੂੰ। ਉਹ ਵੀ ਇਹਨਾਂ ਦਾ ਬੜਾ ਸਾਥ ਦੇ ਰਹੀ ਹੈ। ਉਹ ਕਿੱਦਾਂ ਦੇ ਰਹੀ ਹੈ? ਜਿਸ ਕੰਟਰੀ ਨੇ AVM ਬਣਾਈ ਸੀ ਸੈਂਪਲਿੰਗ ਦੇ ਤੌਰ 'ਤੇ, ਠੀਕ ਹੈ ਮੰਨਦੇ ਹਾਂ ਕਾਂਗਰਸ ਲੈ ਕੇ ਆਈ ਸੀ, ਲੇਕਿਨ ਕਾਂਗਰਸ ਇਸ ਵਾਸਤੇ ਨਹੀਂ ਸੀ ਲੈ ਕੇ ਆਈ ਕਿ ਇਹ ਕਫਲੇਬਾਜ਼ੀਆਂ ਹੋਣ। ਕਾਂਗਰਸ ਇਸ ਵਾਸਤੇ ਲੈ ਕੇ ਆਈ ਸੀ ਕਿ ਸਾਡਾ ਦੇਸ਼ ਇੱਕ ਗਰੀਬ ਪ੍ਰਧਾਨ ਦੇਸ਼ ਹੈ, ਇੰਨਾ ਅਮੀਰ ਨਹੀਂ ਹੈ, ਲੋਕਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਲਾਈਨਾਂ 'ਚ ਖੜ੍ਹੇ ਰਹਿਣ, ਵੇਟ ਕਰਨ ਉਹ ਵੋਟ ਪਾਉਣ ਲਈ। ਪਰਸੈਂਟੇਜ ਘੱਟ ਪੈਂਦੀ ਸੀ, ਕੰਮ ਨੂੰ ਫਾਸਟ ਕਰਨ ਲਈ ਲੈ ਕੇ ਆਈ ਸੀ। ਲੇਕਿਨ ਮੋਦੀ ਜੀ ਨੇ ਤਾਂ ਕਮਾਲ ਹੀ ਕਰਤੀ, ਉਹਨਾਂ ਨੂੰ ਹੈਕ ਕਰਕੇ ਆਪਣੇ ਆਪ ਨੂੰ ਸੱਤਾ ਦੇ ਵਿੱਚ ਕਾਇਮ ਰੱਖਿਆ ਹੈ। ਹੁਣ ਸਾਰੀਆਂ ਗੱਲਾਂ ਇੱਥੇ ਆ ਕੇ ਮੁੱਕਦੀਆਂ ਨੇ ਕਿ ਅਸੀਂ ਇਸ ਅੰਦੋਲਨ ਨੂੰ, ਮੈਂ ਵੀ ਕਿਸੇ ਕਾਰਨਵਸ਼, ਕੁਛ ਪ੍ਰੋਬਲਮ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ, ਆਈਸਾਈਟ ਦੀ ਵੀ ਮੇਰੀ ਪ੍ਰੋਬਲਮ ਚੱਲ ਰਹੀ ਹੈ, ਕਾਰਨਵਸ਼ ਮੈਂ ਚਲੋ ਦਿੱਲੀ ਗਿਆ, ਜਿਸ ਤਰ੍ਹਾਂ ਗਿਆ ਮੈਂ ਉਹ ਬਿਆਨ ਨਹੀਂ ਕਰਨਾ ਚਾਹੁੰਦਾ। ਪਹੁੰਚੇ ਉੱਥੇ, ਆਪਣੀ ਹਾਜ਼ਰੀ ਲਗਵਾਈ, ਇੰਨਾ ਕੁ ਦਿਲ ਨੂੰ ਸਕੂਨ ਹੋਇਆ ਕਿ ਮੇਰੀ ਵੀ ਉੱਥੇ ਹਾਜ਼ਰੀ ਪ੍ਰਵਾਨ ਹੋਈ ਕਿ ਮੈਂ ਵੀ ਕੁਛ ਆਪਣੇ ਦੇਸ਼ ਦੇ ਕਿਸਾਨਾਂ ਲਈ, ਆਪਣੇ ਦੇਸ਼ ਲਈ ਕੁਛ ਕੀਤਾ। ਹੁਣ ਸਾਨੂੰ ਅੰਦੋਲਨ ਨੂੰ ਹੋਰ ਕੈੜਾ ਕਰਨਾ ਪਵੇਗਾ, ਕਿਉਂਕਿ ਮੈਂ ਅੱਜ ਵੀ ਸਵੇਰੇ ਵੀ ਨਿਊਜ਼ ਦੇਖ ਰਿਹਾ ਸੀ, ਜਾਂ ਟਵਿੱਟਰ ਵਗੈਰਾ 'ਤੇ ਪੜ੍ਹਦੇ ਰਹਿੰਦੇ ਹਾਂ, ਫੇਸਬੁੱਕ 'ਤੇ। ਤੋਮਰ ਜੀ ਜੋ ਸਾਡੇ ਕ੍ਰਿਸ਼ੀ ਮੰਤਰੀ ਨੇ, ਉਹ ਇੱਕ ਪਾਸੇ ਤਾਂ ਕਹਿੰਦੇ ਜੀ ਅਸੀਂ ਵਾਰਤਾ ਕਰਾਂਗੇ, ਦੂਜੇ ਪਾਸੇ ਸਟੇਟਮੈਂਟ ਦੇ ਦਿੰਦੇ ਆ ਕਿ ਕੁਛ ਵੀ ਹੋ ਜਾਵੇ ਅਸੀਂ ਬਿੱਲ ਵਾਪਸ ਨਹੀਂ ਲੈਣਾ। ਦੇਖੋ, ਜਾਂ ਤਾਂ ਤੁਹਾਨੂੰ ਬਿੱਲ ਵਾਪਸ ਲੈਣਾ ਪਏਗਾ, ਜਾਂ ਫਿਰ ਇਹਨਾਂ ਕਿਸਾਨਾਂ 'ਤੇ ਆਪਣੇ ਤੋਪਾਂ ਮੰਗਵਾਓ ਅਤੇ ਗੋਲੇ ਮਾਰ ਦਿਓ, ਹੋਰ ਤੁਹਾਡੇ ਕੋਲ ਕੋਈ ਹੱਲ ਨਹੀਂ ਹੈਗਾ। ਹਾਂ, ਸਾਡੀ ਕਿਸਾਨ ਯੂਨੀਅਨ, ਦੇਸ਼ ਦੇ ਭਾਰਤ ਵਾਸੀ ਆਜ਼ਾਦੀ ਦੇ ਸਮਾਂ ਦੀ ਤਰ੍ਹਾਂ ਆਪਣੀਆਂ ਛਾਤੀਆਂ ਮੂਹਰੇ ਕਰਕੇ ਤੁਹਾਡੇ ਅੱਗੇ ਖੜ੍ਹ ਜਾਣਗੇ। ਤੁਸੀਂ ਗੋਲੀ ਮਾਰੋ, ਗੋਲਾ ਮਾਰੋ, ਲੇਕਿਨ ਭਾਰਤ ਦੇਸ਼ ਦਾ ਅਤੇ ਕਿਸਾਨ ਦਾ ਝੰਡਾ ਬੁਲੰਦ ਕਰਕੇ ਰੱਖਣਗੇ। ਉਹ ਵੀ ਇੱਕ ਸਮਾਂ ਸੀ, ਦੇਸ਼ ਦੇ ਝੰਡੇ ਨੂੰ ਬਚਾਉਣ ਲਈ ਕ੍ਰਾਂਤੀਕਾਰੀ, ਇੱਕ ਦੇ ਗੋਲੀ ਵੱਜਦੀ ਸੀ, ਉਹ ਡਿੱਗਣ ਤੋਂ ਪਹਿਲਾਂ ਝੰਡਾ ਦੂਸਰਾ ਬੰਦਾ ਚੱਕ ਲੈਂਦਾ ਸੀ, ਦੂਸਰੇ ਦੇ ਗੋਲੀ ਵੱਜਦੀ ਤਾਂ ਤੀਸਰਾ ਚੁੱਕ ਲੈਂਦਾ ਸੀ, ਲੇਕਿਨ ਉਸ ਝੰਡੇ ਨੂੰ ਗਿਰਨ ਨਹੀਂ ਦਿੱਤਾ। ਇਸੇ ਤਰ੍ਹਾਂ ਇਸ ਕਿਸਾਨ ਦੇ ਅੰਦੋਲਨ ਦੇ ਝੰਡੇ ਨੂੰ ਸਾਂਭਣ ਵਾਲੇ ਬਹੁਤ ਬੈਠੇ ਨੇ। ਉਹ ਬੈਠੇ ਨੇ ਜਿਹੜੇ ਕਿਸਾਨ ਨਹੀਂ ਵੀ ਹੈਗੇ, ਕਿਉਂਕਿ ਮੇਰੀ ਮੁਲਾਕਾਤ ਚਲੋ ਕੁਝ ਸਮੇਂ ਤੋਂ ਘੱਟ ਹੋ ਰਹੀ ਹੈ ਕਈ ਨਾਲ। ਕਿਸਾਨ ਦਾ ਸੱਜੀ ਅਤੇ ਖੱਬੀ ਬਾਂਹ ਬਣਨ ਲਈ ਅੱਜ ਭਾਰਤ ਦਾ ਇੱਕ ਇੱਕ ਇਨਸਾਨ, ਇੱਕ ਇੱਕ ਆਦਮੀ ਤਿਆਰ ਬੈਠਾ ਹੈ ਔਰ ਜੁੜ ਚੁੱਕਿਆ। ਖੁਸ਼ੀ ਦੀ ਗੱਲ ਇਹ ਵੀ ਹੈ ਕਿ ਉੱਥੇ ਕਈ ਰਾਜਨੀਤਿਕ ਪਾਰਟੀਆਂ ਆਈਆਂ, ਲੇਕਿਨ ਆਪਣੀ ਰਾਜਨੀਤਿਕ ਪਾਰਟੀ ਤੋਂ ਪਰੇ ਹਟ ਕੇ ਉਹਨਾਂ ਨੇ ਉੱਥੇ ਵਰਕ ਕੀਤਾ। ਜਿਵੇਂ ਸਾਡੇ ਯੂਥ ਦੇ ਪ੍ਰੈਜ਼ੀਡੈਂਟ ਲੱਗੇ ਹੋਏ ਨੇ ਉੱਥੇ, ਕਾਫੀ ਸੇਵਾ ਕਰ ਰਹੇ ਨੇ। ਮੈਂ ਦੇਖਿਆ ਉੱਥੇ ਸਾਡੇ ਕੁਝ ਲੁਧਿਆਣੇ ਤੋਂ ਵੀ ਬਹੁਤ ਗਏ ਹੋਏ ਨੇ, ਜਿਨ੍ਹਾਂ ਨਾਲ ਉੱਥੇ ਵੀ ਮੁਲਾਕਾਤ ਹੋਈ। ਬਹੁਤ ਵਧੀਆ ਲੱਗਿਆ ਕਿ ਇੱਕ ਅਸੀਂ ਸੋਚਦੇ ਹੁੰਦੇ ਸੀ ਕਿ ਆਜ਼ਾਦੀ ਦੀ ਲੜਾਈ ਅਸੀਂ ਨਹੀਂ ਦੇਖੀ, ਕਿਉਂਕਿ ਅਸੀਂ ਉਸ ਸਮੇਂ ਪੈਦਾ ਵੀ ਨਹੀਂ ਹੋਏ ਸੀ, ਲੇਕਿਨ ਅੱਜ ਦੇਖ ਰਹੇ ਹਾਂ ਤਾਂ ਇਹ ਮਹਿਸੂਸ ਹੁੰਦਾ ਹੈ ਕਿ ਉਸ ਸਮੇਂ ਤਾਂ ਇਸ ਫਿਰ ਵੀ ਉਹ ਇੱਕ ਜਗ੍ਹਾ ਬੈਠਣ ਦਾ, ਇੱਕ ਜਗ੍ਹਾ ਧਰਨਾ ਦੇਣ ਦਾ ਆਰਡਰ ਦੇ ਦਿੰਦੇ ਸੀ। ਇਹ ਤਾਂ ਧਾਰਾ 144 ਲਗਾਉਣ ਲੱਗ ਗਏ। ਖੱਟਰ ਸਾਹਿਬ ਨੇ ਕੋਈ ਘੱਟ ਨਹੀਂ ਕੀਤੀ, ਇਹਨਾਂ ਨੇ ਵੀ
20-20 ਫੁੱਟ ਦੇ 10-10 ਫੁੱਟ ਦੇ ਟੋਏ ਪੱਟ ਤੇ ਖੱਟਰ ਸਾਹਿਬ ਨੂੰ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਇਹ ਜਿਹੜੀਆਂ ਸੜਕਾਂ ਤੁਸੀਂ ਪੁੱਟੀਆਂ, ਇਹ ਜੋ 28% ਟੈਕਸ ਸਾਡੇ ਤੋਂ ਵਸੂਲਿਆ ਉਹਨਾਂ ਨਾਲ ਬਣੀਆਂ ਹੋਈਆਂ, ਨਾ ਕਿ ਤੁਹਾਡੇ ਇਹ ਸਬਜ਼ੀਆਂ ਵੇਚ ਕੇ ਬਣਿਆ ਹੋਇਆ। ਮੈਂ ਕਹਿਣਾ ਨਹੀਂ ਸੀ ਚਾਹੁੰਦਾ ਕਿਉਂਕਿ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ, ਲੇਕਿਨ ਉਹਨਾਂ ਦੀ ਔਕਾਤ ਹੀ ਇੰਨੀ ਕੁ ਕਿ ਬੋਲਣਾ ਪੈ ਰਿਹਾ। ਇਹ ਸਰੋਂ ਦਾ ਤੇਲ ਇਕੱਠਾ ਕਰਕੇ ਜਾਂ ਆਸ਼ਰਮ ਦੇ ਵਿੱਚ ਮਾਲਾ ਫੇਰ ਕੇ ਪੈਸੇ ਨਹੀਂ ਬਣੇ ਹੋਏ, ਇਹ ਸਾਡੇ ਤੁਹਾਡੇ ਵਰਗੇ ਲੋਕਾਂ ਦੇ ਜਿਨ੍ਹਾਂ ਤੋਂ ਖੂਨ ਨਿਚੋੜ ਕੇ ਤੁਸੀਂ 28% ਟੈਕਸ ਲੈ ਕੇ ਸੜਕਾਂ ਬਣਾਈਆਂ ਸੀ। ਅੱਜ ਉਹਨਾਂ ਨੂੰ ਤੁਸੀਂ 10-10 ਫੁੱਟ ਡੂੰਘੇ ਟੋਏ, ਪਤਾ ਨਹੀਂ 5-5 10-10 ਟਨ ਦੇ ਤੁਸੀਂ ਪੱਥਰ 20-20 ਫੁੱਟ ਦੇ ਉੱਤੇ ਤੁਸੀਂ ਮਿੱਟੀ ਦੇ ਡੰਪ ਲਗਾ ਦਿੱਤੇ। ਲੇਕਿਨ ਸਲਾਮ ਆ ਮੇਰਾ ਉਹਨਾਂ ਕਿਸਾਨ ਭਰਾਵਾਂ ਨੂੰ, ਮੇਰੇ ਯੋਧਿਆਂ ਨੂੰ, ਜਿਨ੍ਹਾਂ ਨੇ ਪਲਾਂ ਦੇ ਵਿੱਚ ਚੱਕ ਕੇ ਉਹ ਮਾਰੇ, ਲੇਕਿਨ ਕਿਸੇ ਤੇ ਹੱਥ ਨਹੀਂ ਚੁੱਕਿਆ। ਸਭ ਤੋਂ ਵੱਡੀ ਖਾਸੀਅਤ ਅੰਦੋਲਨ ਦੀ ਇਹੀ ਰਹੀ ਕਿ ਕਿਸੇ ਵੀ ਕਿਸਾਨ ਨੇ ਕਿਸੇ ਦੇ ਉੱਤੇ ਟੱਚ ਨਹੀਂ ਕੀਤਾ। ਖੁਦ ਤਾਂ ਡੰਡੇ ਖਾਏ, ਪਾਣੀ ਦੀਆਂ ਬੁਛਾਰਾਂ ਝੱਲੀਆਂ, ਆਂਸੂ ਗੈਸ ਦੇ ਗੋਲੇ ਸਹਿਣ ਕੀਤੇ, ਅੱਖਾਂ ਦੇ ਵਿੱਚ ਸਾਹ ਲੈਣ ਦੇ ਤਕਲੀਫ, ਲੇਕਿਨ ਕਿਸੇ ਸਰਕਾਰੀ ਅਫਸਰ ਨੂੰ ਜਾਂ ਕਿਸੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਸਭ ਤੋਂ ਵਧੀਆ ਗੱਲ ਹੀ ਇਸ ਅੰਦੋਲਨ ਦੀ ਇਹ ਰਹੀ, ਜਿੱਥੋਂ ਕਿ ਮੋਦੀ ਨੂੰ ਇਸ ਚੀਜ਼ ਦਾ ਭੈ ਹੈ ਕਿ ਜਿਵੇਂ ਤਿਵੇਂ ਕਰਕੇ ਇਹਨਾਂ ਨੂੰ ਉਕਸਾ ਕੇ ਇਹ ਚੀਜ਼ ਕਰਵਾਈਏ। ਲੇਕਿਨ ਸਾਡੇ ਕਿਸਾਨ ਇੰਨੇ ਸਮਝਦਾਰ ਨੇ, ਉਹ ਕਹਿੰਦੇ ਅਸੀਂ ਬੈਠੇ ਹਾਂ ਇੱਥੇ ਗੋਲੀ ਖਾ ਲਾਂਗੇ, ਲੇਕਿਨ ਅਸੀਂ ਇਹ ਸਰਕਾਰੀ ਪ੍ਰਾਪਰਟੀ ਜਾਂ ਸਾਡੇ ਇਹ ਜਵਾਨ ਜੋ ਸਾਡੇ ਤੁਸੀਂ ਖੜੇ ਕੀਤੇ ਨੇ ਸਾਡੇ ਖਿਲਾਫ, ਇਹ ਵੀ ਸਾਡੇ ਹੀ ਨੇ। ਕੋਈ ਕਿਸਾਨ ਦਾ ਪੁੱਤ ਹੈ, ਕੋਈ ਮਜ਼ਦੂਰ ਦਾ ਪੁੱਤ ਹੈ, ਇਹ ਵੀ ਸਾਡੇ ਹੀ ਨੇ। ਸੋ ਮੇਰੀ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਹੈ, ਨਿਵੇਦਨ ਹੈ, ਅਤੇ ਮੋਦੀ ਜੀ ਤੁਸੀਂ ਵੀ ਕੰਨਾਂ 'ਚ ਰੂੰ ਕੱਢ ਕੇ ਥੋੜ੍ਹਾ ਜਿਹਾ ਸੁਣੋ। ਇਹ ਜਿਹੜੀ ਆਖਰੀ ਗੱਲ ਤੁਸੀਂ ਠੋਕਣ ਦੀ ਕੋਸ਼ਿਸ਼ ਕਰ ਰਹੇ ਹੋ ਦੇਸ਼ ਨੂੰ ਗੁਲਾਮੀ ਦੀ ਤਰਫ, ਗੁਲਾਮ ਕਰਨ ਲਈ, ਗੁਲਾਮੀ ਤਰਫ ਨਹੀਂ, ਗੁਲਾਮ ਦੀ ਤਰਫ ਤਾਂ 2014 'ਚ ਹੀ ਸ਼ੁਰੂ ਹੋ ਗਿਆ ਸੀ, ਗੁਲਾਮ ਕਰਨ ਲਈ, ਇਹ ਤੁਹਾਨੂੰ ਕਿਲ ਠੋਕਣ ਨਹੀਂ ਦਿਆਂਗੇ। ਹਜੇ ਕਹੀਏ ਕਿ ਅਰਬਨ ਪਰਸਨ ਥੋੜ੍ਹੇ ਜਿਹੇ ਆਪਣੇ ਵਿਵਸਾਇਆਂ ਦੇ ਵਿੱਚ ਵਿਅਸਤ ਨੇ, ਲੇਕਿਨ ਕੁਝ ਸਮਾਂ ਹੋਰ ਰੁਕੋ ਕਿ ਰੂਰਲ ਦੇ ਨਾਲ ਅਰਬਨ ਦਾ ਇੱਕ ਬੱਚਾ ਵੀ ਸੜਕ 'ਤੇ ਤੁਹਾਨੂੰ ਨਜ਼ਰ ਆਏਗਾ। ਅਗਰ ਸੜਕ 'ਤੇ ਨਹੀਂ ਵੀ ਨਿਕਲੇਗਾ ਤਾਂ ਉਹ ਘਰ ਦੇ ਵਿੱਚ ਬੈਠਾ ਹੋਇਆ ਵੀ ਤੁਹਾਨੂੰ ਤੁਹਾਡੇ ਵਿਰੋਧ ਦੇ ਵਿੱਚ ਆਵਾਜ਼ ਚੁੱਕਦਾ ਨਜ਼ਰ ਆਏਗਾ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅਗਰ ਅੰਨਦਾਤਾ ਦੇਸ਼ ਦਾ ਮਰਦਾ ਹੈ, ਅੰਨਦਾਤੇ ਦੇ ਉੱਤੇ ਮਾਰ ਪੈਂਦੀ ਹੈ, ਤਾਂ ਜੋ ਚੀਜ਼ ਆਟਾ ਜਾਂ ਚਾਵਲ ਲਗਾ ਲਈ ਅੱਜ 15-16 ਰੁਪਏ ਚਾਵਲ ਜਾਂ 20 ਰੁਪਏ ਚਾਵਲ, ਆਟਾ 25 ਜਾਂ 30 ਰੁਪਏ ਮਿਲਦਾ ਹੈ, ਉਹ ਸਾਨੂੰ ਪੂੰਜੀਪਤੀਆਂ ਤੋਂ 100 ਰੁਪਏ ਜਾਂ 150 ਰੁਪਏ ਖਰੀਦਣਾ ਪਏਗਾ। ਉਹ ਚੀਜ਼ ਨੂੰ ਸਮਝ ਰਿਹਾ। ਕੁਝ % ਆ ਚੁੱਕੇ ਨੇ ਅਰਬਨ 'ਚੋਂ ਅਤੇ ਕੁਝ % ਆ ਜਾਣਗੇ। ਫਿਰ ਤੁਹਾਨੂੰ ਹਿੰਦੁਸਤਾਨ ਛੱਡੋ ਕਿ ਪੂਰੇ ਵਰਲਡ ਦੇ ਵਿੱਚ ਮੂੰਹ ਲੁਕਾਉਣ ਲਈ ਵੀ ਜਗ੍ਹਾ ਨਹੀਂ ਮਿਲਣੀ। ਇਸ ਕਰਕੇ ਤੁਹਾਡੀ ਪਾਰਟੀ ਦੀ ਅਤੇ ਦੇਸ਼ ਦੀ ਬਿਹਤਰੀ ਲਈ ਇਹੀ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਦੇ ਹੋਏ ਉਸ ਬਿੱਲ ਨੂੰ ਵਾਪਸ ਲਓ। ਜੋ ਉਹਨਾਂ ਦੀਆਂ ਬਿੱਲਾਂ ਦੀਆਂ ਡਿਮਾਂਡਾਂ ਨੇ, ਜੋ ਬਿੱਲ ਦੇ ਵਿੱਚ ਉਹ ਕਹਿੰਦੇ ਨੇ, ਉਹਨੂੰ ਪੂਰਨ ਕਰ ਦਿਓ। ਨਹੀਂ ਤਾਂ ਤੁਹਾਡਾ ਅਤੇ ਤੁਹਾਡੀ ਪਾਰਟੀ ਦਾ ਨਾਮ ਇਸ ਤਰ੍ਹਾਂ ਜਾਏਗਾ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਏ ਸੀ। ਕਹਾਵਤ ਬਣੀ ਹੋਈ ਹੈ ਵੀ ਗਧੇ ਦੇ ਸਿਰ 'ਤੇ ਸਿੰਘ ਹੁੰਦੇ ਸੀ ਕਿਸੇ ਟਾਈਮ। ਇਸੇ ਤਰ੍ਹਾਂ ਤੁਹਾਡਾ ਨਾਮ ਵਜੂਦ ਖਤਮ ਹੋ ਜਾਏਗਾ। ਰਾਵਣ ਨੂੰ ਹੰਕਾਰ ਹੋਇਆ ਸੀ, ਪੂਰੀ ਲੰਕਾ ਜਲਵਾ ਲਈ ਸੀ, ਪੂਰਾ ਵੰਸ਼ ਖਤਮ ਕਰਵਾ ਲਿਆ ਸੀ। ਇਸੇ ਤਰ੍ਹਾਂ ਤੁਸੀਂ ਹੰਕਾਰ ਤੋਂ ਥੱਲੇ ਉਤਰੋ, ਅਸਤੀਫਾ ਦੇ ਦਿਓ। ਕਿੱਡੀ ਕੁ ਵੱਡੀ ਗੱਲ ਹੈ, ਕੋਈ ਹੋਰ ਪ੍ਰਧਾਨ ਮੰਤਰੀ ਬਣ ਜਾਏਗਾ, ਕਿਉਂਕਿ ਤੁਹਾਡੀ ਮੈਜੋਰਟੀ ਹੈ, ਤੁਹਾਡਾ ਹੀ ਬਣੇਗਾ ਨਾ। ਅਸਤੀਫਾ ਦੇ ਦਿਓ। ਹਾਂਜੀ, ਮੈਂ ਅਸਤੀਫਾ ਦੇ ਰਿਹਾ ਜੀ, ਕੋਈ ਹੋਰ ਬਣਨਾ ਚਾਹੁੰਦਾ ਤਾਂ ਬਣ ਸਕਦਾ। ਲੇਕਿਨ ਬੇਨਤੀ, ਨਿਵੇਦਨ ਮੇਰਾ ਲਾਸਟ 'ਚ ਇਹੀ ਬੇਨਤੀ ਹੈ ਕਿ ਇਸ ਬਿੱਲ ਨੂੰ ਰੱਦ ਕਰ ਦਿਓ ਤਾਂ ਕਿ ਕਿਸਾਨ ਬਚਿਆ ਰਹੇ। ਕਿਸਾਨ ਬਚੂਗਾ ਤਾਂ ਦੇਸ਼ ਬਚੂਗਾ, ਆਮ ਇਨਸਾਨ ਬਚੂਗਾ। ਅਗਰ ਦੇਸ਼ ਨਹੀਂ ਬਚਿਆ ਤਾਂ ਰਾਜ ਕਿਸ 'ਤੇ ਕਰੋਗੇ? ਕਿਉਂਕਿ ਅਕਬਰ ਅਤੇ ਬੀਰਬਲ ਦੀਆਂ ਕਥਾਵਾਂ ਤਾਂ ਲੋਕਾਂ ਨੇ ਬਹੁਤ ਸੁਣੀਆਂ, ਰਹੇ ਤਾਂ ਉਹ ਵੀ ਨਹੀਂ। ਅਕਬਰ ਬੀਰਬਲ
ਜੋੜੀ ਮੰਨੀ ਜਾਂਦੀ ਸੀ, ਤੁਹਾਡੀ ਵੀ ਜੋੜੀ ਮੰਨੀ ਜਾਂਦੀ ਹੈ ਅਮਿਤ ਸ਼ਾਹ ਤੇ ਮੋਦੀ ਦੀ। ਇੱਕ ਤੁਸੀਂ ਅਕਬਰ ਹੋ ਤੇ ਉਹ ਬੀਰਬਲ ਦਾ ਰੋਲ ਅਦਾ ਕਰਦੇ ਨੇ। ਅਕਬਰ ਤੇ ਬੀਰਬਲ ਨੂੰ ਪਿੱਛੇ ਛੱਡ ਦਿਓ, ਇੱਕ ਸੱਚੇ ਹਿੰਦੁਸਤਾਨੀ ਬਣੋ ਤੇ ਇਸ ਬਿੱਲ ਨੂੰ ਵਾਪਸ ਲਓ। ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਅਸੀਂ ਆਪਣੇ ਪ੍ਰਧਾਨ ਮੰਤਰੀ ਤਾਂ ਨਾ ਕਦੇ ਮੰਨਿਆ ਤੇ ਨਾ ਮੰਨਾਂਗੇ, ਕਿਉਂਕਿ ਤੁਸੀਂ ਧਰਮ ਦੀ ਰਾਜਨੀਤੀ ਕਰਦੇ ਹੋ। ਕੋਈ ਵੀ ਇਨਸਾਨ ਹੈ ਕਿਸੇ ਵੀ ਪਾਰਟੀ ਦਾ, ਅਗਰ ਉਹ ਧਰਮ ਦੀ ਰਾਜਨੀਤੀ ਕਰੇਗਾ ਉਹ ਸਾਡੇ ਲਈ ਕੁਛ ਨਹੀਂ ਹੈਗਾ, ਅਸੀਂ ਨਹੀਂ ਮੰਨਦੇ ਉਸ ਨੂੰ, ਚਾਹੇ ਕਿਸੇ ਵੀ ਪਾਰਟੀ ਦਾ ਹੋਵੇ। ਅਸੀਂ ਉਹਨੂੰ ਆਪਣਾ ਮੰਤਰੀ, ਪ੍ਰਧਾਨ ਮੰਤਰੀ ਜਾਂ CM ਜਾਂ PM ਕੁਛ ਨਹੀਂ ਮੰਨਦੇ, ਕਿਉਂਕਿ ਧਰਮ ਦੀ ਰਾਜਨੀਤੀ ਤੋਂ ਪਰੇ ਹਟ ਕੇ ਅਗਰ ਤੁਸੀਂ ਇਸ ਟਾਈਮ ਪ੍ਰਧਾਨ ਮੰਤਰੀ ਹੋ, ਤੁਹਾਡੇ ਲਈ 4 ਹੀ ਧਰਮ ਨੇ। ਹਿੰਦੁਸਤਾਨ 'ਚ 4 ਧਰਮਾਂ ਦਾ ਨਾਮ ਚੱਲਦਾ, ਹਿੰਦੂ, ਮੁਸਲਿਮ, ਸਿੱਖ, ਈਸਾਈ। ਲਾਸਟ 'ਚ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਜਦੋਂ ਇਸ ਧਰਤੀ ਦੀ ਵੰਡ ਹੋਈ, ਅੱਜ ਕਿਸਾਨ ਨੂੰ ਸਭ ਤੋਂ ਛੋਟਾ ਪੁੱਤਰ ਬਣਾ ਦਿੱਤਾ ਗਿਆ, ਉਸ ਸਮੇਂ ਵੱਡਾ ਸੀ। ਕਿਉਂਕਿ ਕਿਸਾਨ ਇਸ ਕਰਕੇ ਵੱਡਾ ਹੈ ਕਿ ਉਹ ਲੱਖਾਂ ਕਰੋੜਾਂ ਇਨਸਾਨਾਂ ਦਾ ਢਿੱਡ ਭਰਦਾ ਹੈ। ਤੁਸੀਂ ਥਾਲੀ ਦੇ ਵਿੱਚ ਰੋਟੀ ਰੱਖ ਤਾਂ ਸਕਦੇ ਹੋ, ਖਾਣ ਲਈ ਹੱਥ ਤੋੜ ਚਲਾਉਣਾ ਹੀ ਪਏਗਾ। ਰੋਟੀ ਆਪਣੇ ਆਪ ਉੱਠ ਕੇ ਮੂੰਹ 'ਚ ਨਹੀਂ ਆਉਂਦੀ, ਲੇਕਿਨ ਕਿਸਾਨ ਉਹ ਹੈ ਜੋ ਉਸ ਰੋਟੀ ਨੂੰ ਪੈਦਾ ਕਰਦਾ। ਜਾਂਦੇ ਜਾਂਦੇ ਬਸ ਲਾਸਟ ਇੱਕ ਗੱਲ ਕਹਿਣੀ ਚਾਹੂੰਗਾ ਆਪਣੇ ਕਿਸਾਨ ਭਰਾਵਾਂ ਲਈ, ਜਿਹਨੂੰ ਤੁਸੀਂ ਕੁਛ ਵੀ ਨਹੀਂ ਸਮਝ ਰਹੇ, ਕਿਉਂਕਿ ਜਦੋਂ ਇਸ ਧਰਤੀ ਦੀ ਵੰਡ ਹੋਈ, 2 ਲਾਈਨਾਂ, किसी के हिस्से में घर आया, किसी के हिस्से में मकान आया, किसी के हिस्से जमी आई, किसी के हिस्से में घर आया, किसी के हिस्से में मकान आया, किसी के हिस्से में ज़मीन आई और किसी के हिस्से में दुकान आई। मैं किसान का बेटा था सबसे छोटा, इसीलिए मेरे हिस्से में माँ आई, धरती माँ आई। जय हिंद, वंदे मातरम, जय किसान, जय जवान।